ਲਓ ਜੀ, ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਵੇਲੇ ਤੁਹਾਡੇ ਨਾਲ ਖਬਰਾਂ ਦੀ ਗੱਲਬਾਤ ਕਰਨ ਲਈ ਹਾਜ਼ਰ ਹੋ ਜਾਈਦਾ। ਅੱਜ ਵੀ ਕਰਾਂਗੇ, ਪਰ ਸਭ ਤੋਂ ਪਹਿਲਾਂ ਨਾਲ ਸਾਹਿਬ ਜਿਹੜੇ ਬੈਠੇ ਇਹਨਾਂ ਦੀ ਸਿਟ ਡਾਊਨ ਦੀ ਗੱਲ ਕਰ ਲਈਏ। ਕੀ ਹਾਲ ਨੇ ਬਾਟ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੁਣਾਓ, ਸਿਹਤਾਂ ਕਿੱਦਾਂ? ਸਿਹਤਾਂ ਕਾਇਮਾਂ, ਕੁਛ ਠੀਕ ਹੈ ਜੀ। ਅੱਗੇ ਨਾਲੋਂ ਇਦਾਂ ਕਿ ਗੋਲੀਆਂ 3 ਸੀਗੀਆਂ, ਹੁਣ 2 ਕਰਤੀਆਂ। ਅੱਛਾ। ਤੇ ਉਹ ਕਹਿੰਦੇ ਸੈਰ ਥੋੜ੍ਹੀ ਜਿਹੀ ਵੱਧ ਕਰਿਆ ਕਰਨੀ ਆ। ਹਾਏ ਹਾਏ, ਦੇਖੋ ਇਹ ਕਿਤੇ ਗੋਲੀਆਂ ਛੁੱਟ ਜਾਣ, ਕੱਲੀ ਸੈਰ ਤੇ ਆ ਜਾਓ ਕਿਤੇ, ਨਹੀਂ ਉਹਦੇ ਨਾਲ ਦਾ ਨਜ਼ਾਰਾ ਨਹੀਂ ਹੈ। ਨਹੀਂ, ਮੈਨੂੰ ਤਾਂ ਫਿਰ ਉਦੋਂ ਇਹ ਵੀ ਹੁੰਦਾ ਨਾ, ਮੈਂ ਕਿਹਾ ਵੀ ਚਲੋ ਮੈਂ ਤਾਂ ਰਿਕਵਰ ਹੋਈ ਜਾਂਦਾ, ਭਰਾ ਦਾ ਕੀ ਬਣੂ ਜਿਹੜਾ ਸੈਰ ਵੀ ਨਹੀਂ ਕਰਦਾ। ਸੈਰ ਵੀ ਨਹੀਂ ਕਰਦਾ। ਨਹੀਂ, ਇਹ ਆਪਾਂ ਸੋਚ ਲਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਮਤਾ ਲਿਆਂਦਾ ਜਾਵੇਗਾ, ਫਿਰ ਦੇਖਿਆ ਜਾਵੇ ਕਿ ਕੀ ਹੁੰਦਾ। ਮੈਨੂੰ ਵੈਸੇ ਐਂ ਲੱਗਦਾ ਹੁੰਦਾ, ਸੰਧਾਲੀਆ ਸਾਹਿਬ, ਤੁਹਾਡਾ ਨਾ ਬ੍ਰੇਨ ਵਾਸ਼ ਹੋ ਗਿਆ। ਤੁਸੀਂ ਲੀਡਰ ਲੋਕਾਂ ਲਈ ਆ, ਆਪਣੇ ਆਪ ਲਈ ਨਹੀਂ। ਕਿਉਂਕਿ ਉਹ ਵੀ 5 ਸਾਲਾ ਯੋਜਨਾ ਬਣਾਉਂਦੇ ਹੁੰਦੇ ਆ, ਤੇ 5 ਸਾਲਾਂ ਲਈ ਸਰਕਾਰ ਆਉਂਦੀ ਆ ਲੀਡਰਾਂ ਦੀ, ਤਾਂ ਆਖਰੀ ਸਾਲ 'ਚ ਜਾ ਕੰਮ ਕਰਦੇ ਆ। ਤੁਸੀਂ ਆਪਣੇ ਆਪ 'ਤੇ ਵੀ ਅਪਲਾਈ ਕਰਦੇ ਆ, ਕੋਈ ਗੱਲ ਨਹੀਂ। ਸਾਲ ਦੇ 365 ਦਿਨ ਹੁੰਦੇ ਆ, ਪਹਿਲੇ 325 ਦਿਨ ਰਹਿਣ ਦਿੰਦੇ, ਆਖਰੀ ਜਿਹੜੇ 40-50 ਦਿਨ ਉਦੋਂ ਸੈਰ ਕਰ ਲਾਂਗੇ। ਇੱਦਾਂ ਗੱਲ ਨਹੀਂ ਬਣਦੀ। ਆਪਣੇ ਆਪ ਲਈ ਨੀਤੀ ਵੱਖਰੀ ਰੱਖੋ। ਨਹੀਂ, ਮੈਂ ਇਹ ਗੱਲ ਮੈਂ ਬੰਨ ਲਈ ਲੜ, ਇਹ ਹੁਣ ਆਪਾਂ ਇਹ 'ਤੇ ਜ਼ਰੂਰ ਕਾਰਵਾਈ ਕਰਾਂਗੇ। ਪਰ ਬਾਕੀ ਚਲੋ ਇਹ ਨਿੱਜੀ ਗੱਲਾਂ ਤੋਂ ਆਪਾਂ ਥੋੜ੍ਹਾ ਜਿਹਾ ਬਾਹਰ ਆ ਜਾਈਏ ਵੀ ਸਮਾਂ ਥੋੜ੍ਹਾ ਇਸ ਕਰਕੇ ਖਬਰਾਂ ਵਾਲੇ ਪਾਸੇ ਝਾਤੀ। ਅਤੇ ਖਬਰ ਜਿਹੜੀ ਇਸ ਵਕਤ ਜ਼ਿਆਦਾ ਚਰਚਾ 'ਚ ਹੈ, ਉਹ ਹੁਣ ਕੱਲ੍ਹ ਵੀ ਆਪਾਂ ਡਿਸਕਸ ਕੀਤੀ ਸੀ, ਤੁਸੀਂ ਪਹਿਲਾਂ ਵੀ ਕਰ ਲਈ, ਹੁਣ ਇੱਕ ਵਾਰ ਫਿਰ ਆਪਾਂ ਗੱਲ ਕਰ ਲਈਏ। ਉਹ ਆ ਵੱਡੇ ਬਾਦਲ ਸਾਹਿਬ ਨੂੰ ਜਿਹੜੇ SIT ਨੇ ਸਮਨ ਕੀਤੇ ਵੀ ਆਓ ਜੀ ਸੁਣੋ ਸਾਡੀ ਗੱਲ। ਅਤੇ ਬਾਦਲ ਸਾਹਿਬ ਵੱਲੋਂ ਇਹ ਐਕਸਕਿਊਜ਼ ਦਿੱਤਾ ਜਾਣਾ ਵੀ ਮੇਰੀ ਸਿਹਤ ਠੀਕ ਨਹੀਂ ਆ ਭਾਈ, 10 ਕੁ ਦਿਨ ਡਾਕਟਰ ਨੇ ਕਿਹਾ ਵੀ ਤੁਸੀਂ ਆਰਾਮ ਕਰਨਾ। ਉਸ ਤੋਂ ਬਾਅਦ ਉਹ ਚੰਡੀਗੜ੍ਹ ਵਾਲੇ ਘਰ ਮੈਂ ਆਪ ਹੀ ਤੁਹਾਨੂੰ ਮਿਲ ਲੈਣਾ, ਤੁਸੀਂ ਟੈਨਸ਼ਨ ਨਾ ਲਓ। ਪਰ ਨਾਲ ਇਹ ਵੀ ਆਖਿਆ ਵੀ ਯਕੀਨ ਮੈਨੂੰ ਪੂਰਾ ਵੀ ਕੋਈ ਸਿਆਸੀ ਬੁਣਤੀ ਨਹੀਂ ਬਣੋਗੇ, ਜਿਹੜੀ ਗੱਲ ਸਹੀ ਨੂੰ ਸਹੀ ਕਹੋਗੇ। ਸੰਧਾਲੀਆ ਸਾਹਿਬ, ਜਿੱਥੋਂ ਤੱਕ ਇਸ SIT ਦਾ ਉਹਦੀ ਜਾਂਚ ਪੜਤਾਲ ਦਾ ਸੰਬੰਧ ਹੈ, ਪੂਰਾ ਪੱਖ ਕਾਨੂੰਨੀ ਹੈ। ਪਰ ਇਹਦੇ ਨਾਲ ਬਹੁਤ ਸਾਰੀ ਪੰਜਾਬ ਦੀ ਸਿਆਸਤ ਜੁੜੀ ਹੋ ਆ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਨੇ। ਮੈਂ ਬਾਦਲ ਸਾਹਿਬ ਵਾਲੀ ਗੱਲ ਤੇ ਆਉਣ ਤੋਂ ਪਹਿਲਾਂ ਇਹ ਜ਼ਰੂਰ ਕਲੀਅਰ ਕਰ ਜਾਂ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਇਹ ਮਸਲਾ ਕੇਵਲ ਤੇ ਕੇਵਲ ਵੱਡੇ ਬਾਦਲ ਜਾਣੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ SIT ਮੂਹਰੇ ਪੇਸ਼ ਹੋਣ ਜਾਂ ਨਾ ਹੋਣ ਦਾ, ਜਾਂ ਥੋੜ੍ਹੇ ਦਿਨ ਰੁਕ ਕੇ ਪੇਸ਼ ਹੋਣ ਦਾ ਨਹੀਂ ਹੈ। ਇਹੀ ਇੱਕ ਮਸਲਾ ਹੈ। ਜੇ ਇਸ ਮਸਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਜਾਣ ਦੇ ਲਈ ਕਾਂਗਰਸ ਦੇ ਵਿਧਾਇਕਾਂ ਨੇ ਮਜਬੂਰ ਕਰਤਾ ਸੀ। ਇਹੀ ਮਸਲਾ ਜਿਸ ਮਸਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ 1 ਮਹੀਨਾ ਟਵੀਟ ਕੀਤੇ, ਸਿਰਫ 3 ਛੁੱਟੀਆਂ ਸੀ, ਰੋਜ਼ ਟਵੀਟ ਰਲਿਓ ਆ ਜੀ, ਇੱਕ ਪਰਿਵਾਰ ਨੂੰ ਬਚਾਉਂਦੇ ਆ ਜੀ, ਕੈਪਟਨ ਸਾਹਿਬ ਇਨਸਾਫ ਕਿਉਂ ਨਹੀਂ ਦਿੱਤਾ ਜੀ, ਕੈਪਟਨ ਸਾਹਿਬ ਤੁਹਾਡੀ ਟੀਮ ਕੀ ਕਰਦੀ ਹੈ, ਕਾਨੂੰਨੀ ਟੀਮ ਕੇਸ ਕਾਹਤੋਂ ਹਰ ਗਿਆ ਜੀ। ਕਿਉਂਕਿ ਇਹੀ ਕੇਸ ਹੈ। ਜੇ ਇਸ ਕੇਸ ਦੀ ਜਾਂਚ ਪੜਤਾਲ ਦੇ ਆਲੇ ਦੁਆਲੇ ਘੁੰਮਦਿਆਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ SIT ਢਹਿ ਢੇਰੀ ਹੋ ਗਈ, ਉਹਨਾਂ ਨੂੰ ਜਾਂਚ ਪੜਤਾਲ ਤੋਂ ਬਾਹਰ ਕਰ ਦਿੱਤਾ। ਇਹ ਵੀ ਕਹਿ ਦਿੱਤਾ ਕਿ SIT ਬਣਾ ਲਓ ਨਵੀਂ, ਪਰ ਉਹ ਬੰਦਾ ਵਿੱਚ ਨਹੀਂ ਰੱਖਣਾ। ਹੁਣ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ। ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਾਰ-ਬਾਰ ਆ ਕੇ ਕਹਿੰਦੇ ਸੀ ਕਿ ਬੇਅਦਬੀ ਵਾਲੇ ਮਸਲੇ 'ਚ ਤੇ ਨਾਲ ਜੁੜੇ ਮਾਮਲਿਆਂ 'ਚ ਲੋਕ ਇਨਸਾਫ ਮੰਗਦੇ ਆ, ਵੋਟਾਂ ਮੰਗਾਂਗੇ ਕਿਵੇਂ? ਜਦੋਂ ਪ੍ਰਗਟ ਸਿੰਘ ਉਸੇ ਕਾਂਗਰਸ ਪਾਰਟੀ ਦੇ ਵਿਧਾਇਕ ਕਹਿੰਦੇ ਸੀ ਕਿ ਭਾਈ ਮੈਂ ਚਿੱਠੀ 1.5 ਸਾਲ ਪਹਿਲਾਂ ਵੀ ਲਿਖੀ, ਹੁਣ ਵੀ ਕਹਿਣਾ ਕਿ ਬੇਅਦਬੀ ਹੋਈ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ, ਅਜੇ ਤੱਕ ਇਨਸਾਫ ਦਿੱਤਾ ਨਾ, ਫਿਰ ਸਾਡਾ ਤਾਂ ਪਿਛਲੀ ਸਰਕਾਰ ਦਾ ਫਰਕ ਕੀ ਹੋਇਆ? ਇਹ ਸਾਰੇ ਬੰਦੇ ਲਗਾਤਾਰ ਕਹਿੰਦੇ ਸੀ। ਕਾਂਗਰਸ ਪਾਰਟੀ ਨੇ 3 ਮੈਂਬਰੀ ਕਮੇਟੀ ਬਣਾਈ, ਸਾਰੇ ਬੰਦੇ ਦਿੱਲੀ ਸੱਦੇ, ਕੈਪਟਨ ਸਾਹਿਬ ਨੂੰ ਵੀ ਜਾਣਾ ਪੈ ਗਿਆ, ਫਾਈਲਾਂ ਦਾ ਕਹਿੰਦੇ ਉਹ ਥੱਦਾ ਨਾਲ ਲੈ ਕੇ ਗਏ। ਕਿੱਡਾ ਵੱਡਾ ਰੌਲਾ ਪਿਆ। ਜਾਖੜ ਸਾਹਿਬ ਨੂੰ ਇੱਥੋਂ ਤੱਕ ਕਹਿਣਾ ਪੈ ਗਿਆ ਕਿ ਮੈਨੂੰ ਜੇ ਪ੍ਰਧਾਨਗੀ ਛੱਡਣੀ ਪਈ ਮੈਂ ਛੱਡ ਦਊਂਗਾ, ਮੈਂ ਪਾਰਟੀ ਟੁੱਟਣ ਤੋਂ ਬਚਾਉਣੀ ਚਾਹੁੰਦਾ। ਜਾਣੀ ਇਹ ਤਰੇੜਾਂ ਸਿਆਸੀ ਤੌਰ ਤੇ ਬਹੁਤ ਦੂਰ ਤੱਕ ਚਲੇ ਗਈਆਂ। ਅਚਾਨਕ ਦੋਸ਼ ਤਾਂ ਸਭ ਤੋਂ ਵੱਡਾ ਕੈਪਟਨ ਸਾਹਿਬ ਤੇ ਇਹ ਸੀ ਨਾ ਕਿ ਭਾਈ ਉਹ ਬਚਾਉਂਦੇ ਆ ਕਿਸੇ ਨੂੰ। ਉਹਨਾਂ ਦੇ ਆਪਣੀ ਪਾਰਟੀ ਦੇ ਬੰਦੇ ਲਾਉਂਦੇ ਸੀ ਕਿ ਭਾਈ ਰਲ ਮਿਲ ਕੇ ਚੱਲੀ ਜਾਂਦੇ ਆ ਬਾਦਲ ਪਰਿਵਾਰ ਦੇ ਨਾਲ ਜਾਂ ਅਕਾਲੀਆਂ ਨਾਲ। SIT ਤੇਜ਼ ਹੋ ਗਈ, 60 ਬੰਦਿਆਂ ਤੋਂ ਪੁੱਛਗਿੱਛ ਕਰ ਲਈ, ਅਦਾਲਤ ਦੇ ਵਿੱਚੋਂ ਅਰਜ਼ੀ ਦੇ ਦਿੱਤੀ ਕਿ ਭਾਈ ਆਹ ਅਫਸਰ ਨੇ, ਕੁਝ ਸਾਬਕਾ ਅਫਸਰ ਨੇ, ਇਹਨਾਂ ਦਾ ਅਸੀਂ ਝੂਠ ਸੱਚ ਫੜਨ ਵਾਲਾ ਟੈਸਟ ਕਰਾਉਣਾ ਹੈ, ਸਾਨੂੰ ਕੋਆਪਰੇਟ ਨਹੀਂ ਕਰਦੇ, ਸਾਨੂੰ ਸਪਸ਼ਟ ਜਵਾਬ ਨਹੀਂ ਦਿੰਦੇ। ਲੋਕ ਉਡੀਕਦੇ ਆ ਇਨਸਾਫ। ਜਿਹੜਾ ਵੀ ਬੰਦਾ ਦੋਸ਼ੀ ਆ ਕਿ ਭਾਈ ਚੱਕ ਕੇ ਜੇਲ੍ਹ 'ਚ ਸੁੱਟੋ, ਪਤਾ ਲੱਗੇ ਕਿ ਸਾਜ਼ਿਸ਼ ਕਿਹਦੀ ਸੀ। ਅਚਾਨਕ SIT ਜਿਹੜੀ ਨਵੀਂ ਬਣੀ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਰਾਂ ਨੂੰ ਸੱਦਾ ਦਿੰਦੀ ਹੈ ਕਿ ਭਾਈ ਤੁਸੀਂ 16 ਤਰੀਕ ਨੂੰ ਸਵੇਰੇ 10:30 ਵਜੇ ਮੋਹਾਲੀ ਦੇ ਵਿੱਚ ਅਸੀਂ ਇੱਥੇ ਤੁਹਾਡੇ ਨਾਲ ਸਵਾਲ ਜਵਾਬ ਕਰਨੇ ਆ। ਸ਼ੁਰੂਆਤੀ ਦੌਰ 'ਚ ਕੁਛ ਨਹੀਂ ਆਇਆ, ਚਾਰੇ ਪਾਸੇ ਚਰਚਾ ਚੱਲ ਪਈ ਕਿ ਹੁਣ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਧੋਣਗੇ। ਹੁਣ ਲੱਗਦਾ ਹੈ ਕਿ ਕੈਪਟਨ ਸਾਹਿਬ ਜੇ ਕੋਈ ਵੱਡਾ ਫੈਸਲਾ ਕਿ ਉਹਨਾਂ ਦਾ ਲੈਣਾ ਦੇਣਾ ਕੋਈ ਨਹੀਂ, ਸਿੱਧੀ ਅਦਾਲਤ ਦੇ ਨਾਲ SIT ਦਾ ਵਾਹ ਆ, ਸਰਕਾਰ ਨੂੰ ਰਿਪੋਰਟ ਵੀ ਨਹੀਂ ਦੇਣੀ। ਪਰ ਆਮ ਲੋਕਾਂ ਦੇ ਵਿੱਚ ਚਰਚਾ ਤਾਂ ਇੱਦਾਂ ਹੋ ਜਾਂਦੀ ਨਾ ਕਿ ਜੇ ਕਿਤੇ ਉਹਨਾਂ ਨੇ ਕੋਈ ਵੱਡੀ ਕਾਰਵਾਈ ਕਰ ਦਿੱਤੀ ਤਾਂ ਕੈਪਟਨ ਅਮਰਿੰਦਰ ਸਿੰਘ
ਦੇ ਖਿਲਾਫ ਜਿਹੜੇ ਵਿਰੋਧੀ ਬਹੁਤ ਹੋਏ ਆ ਥੋੜੇ ਨਰਮ ਪੈ ਸਕਦੇ ਆ। ਅਚਾਨਕ ਬਿਆਨ ਆ ਜਾਂਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੱਲੋਂ, ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਦੱਸਦੇ ਆ, ਉਹ ਕਹਿੰਦੇ ਜੀ ਦੇਖੋ ਅਸੀਂ ਜਾਂਚ ਪੜਤਾਲ ਦੇ ਵਿੱਚ ਸ਼ਾਮਿਲ ਵੀ ਹੋਣਾ, ਕਾਨੂੰਨ ਦੇ ਵਿੱਚ ਪੂਰੀ ਤਰ੍ਹਾਂ ਯਕੀਨ ਰੱਖਦੇ ਆ, ਪਰ ਹੁਣੇ ਜਾਂਚ ਕਰਾਈ ਹੈ, ਡਾਕਟਰ ਨੇ ਲਿਖ ਕੇ ਦੇ ਦਿੱਤਾ ਕਿ 10 ਦਿਨ ਮੁਕੰਮਲ ਰੈਸਟ ਚਾਹੀਦੀ ਹੈ, ਇਸ ਕਰਕੇ ਅਸੀਂ ਕਾਨੂੰਨੀ ਪ੍ਰਕਿਰਿਆ 'ਚ ਯਕੀਨ ਰੱਖਦੇ ਹੋਏ ਬੇਨਤੀ ਕਰਦੇ ਹਾਂ ਕਿ ਭਾਈ ਜਾਂਚ ਦਾ ਸਮਾਂ ਥੋੜੇ ਦਿਨ ਅੱਗੇ ਪਾ ਦਿੱਤਾ ਜਾਵੇ, ਆਪਾਂ ਤੁਹਾਡੀ ਜਾਂਚ ਪੜਤਾਲ ਦੇ ਵਿੱਚ ਸਮੇਤ ਕਾਗਜ਼ ਪੱਤਰ ਸ਼ਾਮਿਲ ਹੋਵਾਂਗੇ। ਪਰ ਜਿਹੜੀਆਂ ਬਾਕੀ ਗੱਲਾਂ ਕਹਿਤੀਆਂ ਸੰਧਾਲੀਆ ਸਾਹਿਬ, ਉਹ ਬਹੁਤ ਧਿਆਨ ਮੰਗਦੀਆਂ। ਉਹ ਕਹਿੰਦੇ ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਸੀ ਕਿ ਹੁਣ ਤੱਕ ਦੀ ਜਿਹੜੀ ਜਾਂਚ ਪੜਤਾਲ ਹੋਈ ਹੈ ਸਿਆਸੀ ਤੌਰ ਦੇ ਉੱਤੇ ਪ੍ਰੇਰਣਾ ਦੇ ਤਹਿਤ ਹੋਈ ਹੈ, ਬਦਨਾਮ ਕਰਨ ਦੇ ਤਹਿਤ ਹੋਈ ਹੈ, ਤੇ ਉਸ ਗੱਲ ਦੇ ਉੱਤੇ ਮੋਹਰ ਸਟੈਂਪ ਜਿਹੜੀ ਹੈ ਅਦਾਲਤ ਨੇ ਲਾਈ। ਕਹਿੰਦੇ ਮੈਂ ਉਮੀਦ ਕਰਦਾ ਐਤਕੀ ਜਿਹੜੀ ਜਾਂਚ ਪੜਤਾਲ ਹੋਊਗੀ ਅਸੀਂ ਪੂਰਾ ਸਹਿਯੋਗ ਦੇਵਾਂਗੇ, ਪਰ ਗੈਰ ਸਿਆਸੀ ਪ੍ਰਭਾਵ ਤੋਂ ਹੋਵੇ, ਅਸਲ ਦੋਸ਼ੀ ਜਿਹੜੇ ਉਹ ਫੜੇ ਜਾਣ। ਹੁਣ ਅਚਾਨਕ ਆ ਜਿਹੜਾ ਮੋੜ ਆ ਗਿਆ ਕਿ ਬਾਦਲ ਸਾਹਿਬ ਹੁਣ ਪੇਸ਼ ਨਹੀਂ ਹੋਣਗੇ, ਵੱਖ-ਵੱਖ ਲੀਡਰਾਂ ਨੂੰ ਜਿੱਦਾਂ ਮਰਜ਼ੀ ਲੈਣ। ਭਗਵੰਤ ਮਾਨ ਸਾਹਿਬ ਨੇ ਵੱਖਰੀ ਗੱਲ ਹੈ ਕਿ ਗੁਗਲੀ ਛੱਡੀ ਹੈ, ਉਹ ਕਹਿੰਦੇ ਜਿੱਦਣ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ ਉਦੋਂ ਤੱਕ ਵੀਡੀਓ ਆਪੇ ਹੀ ਜਾਰੀ ਕੀਤੀ ਜਿਸ ਵਿੱਚ ਉਹ ਬੀਬੀ ਮਾਇਆਵਤੀ ਨਾਲ ਗੱਲ ਕਰਦੇ ਆ, ਤੇ ਮਾਇਆਵਤੀ ਨਾਲ ਗੱਲ ਕਰਦੇ ਕਹਿੰਦੇ ਕੀ ਆ, ਉਹ ਪੁੱਛਦੇ ਆ ਜੀ ਕਿੱਦਾਂ ਬਾਦਲ ਸਾਹਿਬ, ਮੈਂ ਕਹਿੰਦੇ ਬਿਲਕੁਲ ਠੀਕ ਆ। ਉਹ ਕਹਿੰਦੇ ਗੱਠਜੋੜ ਕਰਾਉਣ ਦੇ ਲਈ ਸਿਹਤ ਠੀਕ ਹੈ, SIT ਦੇ ਸਾਹਮਣੇ ਪੇਸ਼ ਹੋਣਾ ਸਿਹਤ ਨਹੀਂ ਠੀਕ। ਵੈਸੇ ਤਾਂ ਘੰਟੇ 'ਚ ਵੀ ਸਿਹਤ ਖਰਾਬ ਹੋ ਸਕਦੀ ਹੈ, ਪਰ ਭਗਵੰਤ ਮਾਨ ਨੇ ਨਿਸ਼ਾਨਾ ਲਾਤਾ ਜੀ। ਨਹੀਂ ਉਹ ਠੀਕ ਹੈ ਬਾਟ ਸਾਹਿਬ, ਪਰ ਦੇਖੋ ਜਿੱਦਾਂ ਹੁਣ ਸਾਰਾ ਕੁਝ ਚੱਲਦਿਆਂ ਜਦੋਂ ਖਬਰ ਆਈ ਕਿ ਲਓ ਜੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਚੇਂਜ ਹੋਇਆ, ਮਤਲਬ ਸਿਆਸੀ ਮਾਹੌਲ ਬਦਲਿਆ। ਜਦੋਂ ਖਬਰ ਇਹ ਆਈ ਕਿ ਵੀ ਵੱਡੇ ਬਾਦਲ ਸਾਹਿਬ ਕੋਲੋਂ ਫਿਰ ਪੁੱਛ ਕੇ ਛੁਣੇ ਜੀ ਸੰਮਨ ਹੋ ਗਏ ਜਾਰੀ, ਮਾਹੌਲ ਥੋੜ੍ਹਾ ਜਿਹਾ ਹੋਰ ਬਦਲ ਗਿਆ। ਉਸ ਤੋਂ ਬਾਅਦ ਜਦੋਂ ਆਹ ਖਬਰ ਆਈ ਵੀ ਅਜੇ ਉਹ ਠੀਕ ਨਹੀਂ, ਕੋਈ ਨਹੀਂ 10 ਦਿਨਾਂ ਨੂੰ ਮਿਲਣਗੇ, ਮਾਹੌਲ ਥੋੜ੍ਹਾ ਜਿਹਾ ਹੋਰ ਬਦਲ ਗਿਆ। ਮੈਂ ਸੋਚਦਾ ਵੀ ਅਜੇ ਜ਼ਿਆਦਾ ਨਹੀਂ ਤੇ 6 ਮਹੀਨੇ ਤੇ ਇੱਦਾਂ ਚੱਲਣਾ। ਆਪਾਂ ਚਲੇ ਜੀਏ 2022 ਦੀ ਜਨਵਰੀ 'ਚ, 2022 ਦੀ ਜਨਵਰੀ ਤੱਕ ਜਾਂਦਿਆਂ ਮੰਨ ਲਓ SIT ਆਪਣੀ ਰਿਪੋਰਟ ਦੇ ਦੇਵੇ, ਉਸ ਤੋਂ ਬਾਅਦ ਸੁਣਵਾਈਆਂ ਹੋ ਜਾਣ, ਸੁਣਵਾਈਆਂ ਦੇ ਵਿੱਚ ਜੱਜ ਸਾਹਿਬ ਦੀ ਕੋਈ ਟਿੱਪਣੀ ਇਹੋ ਜਿਹੀ ਆ ਜਾਵੇ ਕਿ ਬਾਕੀ ਤਾਂ ਸਾਰਾ ਕੁਝ ਠੀਕ ਹੈ ਜੀ, ਆਹ ਬੰਦੇ ਇੱਦਾਂ, ਉਹਦੇ 'ਚ ਬਾਦਲ ਸਾਹਿਬ ਜਾਂ ਉਸ ਸਮੇਂ ਦੀ ਸਰਕਾਰ ਦਾ ਕੋਈ ਰੋਲ ਨਹੀਂ। ਮੰਨ ਲਓ ਜੇ ਇੱਦਾਂ ਹੋ ਜਾਂਦਾ ਜਿਵੇਂ ਕਿ ਇਸ ਤੋਂ ਪਹਿਲਾਂ ਚੰਦ ਮਹੀਨੇ ਪਹਿਲਾਂ ਹੋ ਚੁੱਕਾ ਪਹਿਲੀ ਰਿਪੋਰਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹਰਾਣੀ 'ਚ, ਫਿਰ ਮੈਂ ਸੋਚਦਾ ਸੀ ਕਿ ਵੀ ਇਸੇ ਤਰ੍ਹਾਂ ਹੀ ਅਕਾਲੀ ਦਲ ਵਾਲੇ ਹੋਣ ਜਾਂ ਵੱਡੇ ਬਾਦਲ ਸਾਹਿਬ ਹੋਣ, ਜਦੋਂ ਕਿ ਉਹ ਦੌਰ ਪੂਰਾ ਪੰਜਾਬ 'ਚ ਮਗਿਆ ਹੋਵੇ ਚੋਣ ਰੈਲੀਆਂ ਦਾ, ਕੁਰਸੀ 'ਤੇ ਬੈਠੇ ਬਾਦਲ ਸਾਹਿਬ ਮਾਈਕ ਉਹਨਾਂ ਦੇ ਮੂੰਹ ਅੱਗੇ ਹੋਵੇ ਤੇ ਭਾਵੁਕ ਹੋ ਕੇ ਜਦੋਂ ਉਹ ਗੱਲਾਂ ਕਹਿਣਗੇ ਕਿ ਵੀ ਮੈਨੂੰ ਐਸ ਉਮਰੇ ਕਦੀ ਇਹਨਾਂ ਨੇ ਇੱਥੇ ਘੜੀਸਿਆ, ਕਦੀ ਮੈਨੂੰ ਉੱਥੇ ਘੜੀਸਿਆ, ਕਦੀ ਮੇਰੇ 'ਚ ਇੱਥੇ ਦੋਸ਼ ਕੱਢਿਆ, ਕਦੀ ਉੱਥੇ ਕੱਢਿਆ, ਦੱਸੋ ਮੈਂ ਕੀ ਗਲਤ ਕੀਤਾ। ਜੇ ਹੋ ਗਿਆ ਤੇ ਇਹ ਨਾ ਹੋਵੇ ਕਿ ਅੱਜ ਜਿਹੜੀ ਆ ਉਹ ਭਾਵੇਂ SIT ਕਰਦੀ ਆ, ਭਾਵੇਂ ਪੰਜਾਬ ਕਾਂਗਰਸ ਕਰਦੀ, ਭਾਵੇਂ ਕੋਈ ਵੀ ਕਰਦਾ, ਉਹ ਕਿਸੇ ਹੋਰ ਤਰ੍ਹਾਂ ਦੇਖੀ ਜਾ ਰਹੀ ਚੀਜ਼ ਤੇ ਜਨਵਰੀ ਤੱਕ ਜਾਂਦਾ ਟੋਟਲੀ ਸਾਰਾ ਕੁਝ ਉਲਟਾ ਪੈ ਜੇ ਕਿਤੇ। ਇਹ ਬਿਲਕੁਲ ਹੋ ਸਕਦਾ, ਇਹ ਅਸਾਰ ਨੇ, ਇਦਾਂ ਦੇ ਅਸਾਰ ਆ ਕਿ ਜੇ ਆਹ ਕੰਮ ਇਸ ਥਾਂ ਦੇ ਉੱਤੇ ਪਹੁੰਚ ਗਿਆ ਤੇ ਇਦਾਂ ਦੇ ਹਾਲਾਤ ਬਣ ਸਕਦੇ ਆ, ਪਰ ਹਾਲਾਤ ਇੱਕ ਹੋਰ ਵੀ ਹੋ ਸਕਦੇ ਆ। ਕਿਉਂਕਿ ਇੱਥੇ ਮੰਨ ਲਓ ਕਿ SIT ਨੇ ਹੋਰ 2-3 ਮਹੀਨਿਆਂ ਤੱਕ ਰਿਪੋਰਟ ਦੇ ਦਿੱਤੀ, ਅਦਾਲਤ ਦੇ ਵਿੱਚ ਜਿਰਾ ਹੋਣ ਲੱਗ ਪਈ, ਉਹਦੇ ਤੋਂ ਬਾਅਦ ਹੋ ਸਕਦਾ ਕਿ ਕਿਸੇ ਦਾ ਰਿਮਾਂਡ ਮੰਗ ਲਿਆ, ਮੈਂ ਨਹੀਂ ਕਹਿਣਾ ਕਿਹਦਾ, ਜੇ 2-4 ਦਿਨ ਵੀ ਕੋਈ ਬੰਦਾ ਚੱਕ ਕੇ ਅੰਦਰ ਦੇ ਦਿੱਤਾ ਤਾਂ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿਣ ਕਿ ਮੈਂ ਪਹਿਲਾਂ ਤਾਂ ਨਹੀਂ ਸੀ ਚਾਹੁੰਦਾ ਪਰ ਮੈਨੂੰ ਕੱਢਣਾ ਪਿਆ ਖੁੰਡਾ, ਮੈਂ ਤੁਹਾਨੂੰ ਕਹਿੰਦਾ ਸੀ ਨਾ ਕਿ ਇਨਸਾਫ ਇੱਥੇ ਮਿਲੂਗਾ। ਉਹਨਾਂ ਨੇ ਸਾਨੂੰ ਆਪਸ਼ਨ ਦਿੱਤੀ ਸੀ ਕਿ ਕੇਂਦਰ ਤੋਂ ਜਾਂਚ ਕਰਾ ਲਓ, ਹਰਿਆਣੇ ਤੋਂ ਜਾਂਚ ਕਰਾ ਲਓ, ਪਰ ਮੈਨੂੰ ਆਪਣੀ ਪੁਲਿਸ ਤੇ ਪੂਰਾ ਯਕੀਨ ਸੀ ਕਿ ਭਾਈ ਇਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ। ਆਹ ਦੇਖੋ ਵਾਅਦਾ ਕੀਤਾ ਸੀ ਪੂਰਾ ਕਰਤਾ। ਹਾਲਾਂਕਿ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਜੇ ਮੈਂ ਸੰਗਤ ਦੇ ਪੱਖ ਤੋਂ, ਲੋਕਾਂ ਦੇ ਪੱਖ ਤੋਂ ਗੱਲ ਕਰਾਂ, ਸੰਧਾਲੀਆ ਸਾਹਿਬ ਭਾਵੇਂ ਬਰੀ ਕਰ ਦੇਣ ਕਿਸੇ ਨੂੰ, ਭਾਵੇਂ ਕਿਸੇ ਨੂੰ ਅਦਾਲਤ ਚੱਕ ਕੇ ਅੰਦਰ ਦੇ ਜਾ, ਕਿਉਂਕਿ ਅਜੇ ਅਦਾਲਤਾਂ ਉੱਪਰ ਬਹੁਤ ਪਈਆਂ, ਇਹ ਮਾਮਲਾ ਹੋ ਸਕਦਾ ਕਿ 2027 ਦੀਆਂ ਇਹਨਾਂ ਤੋਂ ਵੀ ਅਗਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੱਕ ਕਿਸੇ ਨਾ ਕਿਸੇ ਅਦਾਲਤ ਦੇ ਵਿੱਚ ਚੱਲਦਾ ਹੋਵੇ। ਚਾਹੀਦਾ ਕੀ ਹੈ ਜੇ ਆਪਾਂ ਸੰਗਤ ਦੇ ਪੱਖ ਤੋਂ ਦੇਖੀਏ ਕਿ ਠੀਕ ਤਰੀਕੇ ਸਬੂਤ, ਕੋਈ ਕਮਜ਼ੋਰੀ ਕਹਾਣੀ ਦੇ ਵਿੱਚ ਨਾ ਛੱਡੀ ਜਾਵੇ, ਗਵਾਹੀਆਂ ਇੰਨੀਆਂ ਸੋਲਿਡ ਤਰੀਕੇ ਕੀਤੀਆਂ ਜਾਣ ਕਿ ਠੀਕ ਹੈ ਅਗਲੇ ਨੇ ਜਾਣਾ, ਹਾਈ ਕੋਰਟ ਵੀ ਜਾਣਾ, ਸੁਪਰੀਮ ਕੋਰਟ, ਜਿਹੜਾ ਵੀ ਦੋਸ਼ੀ ਹੋਇਆ, ਅਸੀਂ ਕਿਸੇ ਬੰਦੇ ਨੂੰ ਦੋਸ਼ੀ ਨਹੀਂ ਕਹਿੰਦੇ, ਅਦਾਲਤ ਦਾ ਕੰਮ ਹੈ ਕਿ ਇਹਨੇ ਚੰਗੇ ਤਰੀਕੇ ਸੱਚਾਈ ਦੇ ਉੱਤੇ ਆਧਾਰਿਤ ਬੁਣਤੀ ਬਣੋ ਕਿ ਭਾਈ ਆਹ ਕੰਮ ਇਹਦੇ ਕਰਕੇ ਇਦਾਂ ਹੋਇਆ, ਤੇ ਉਹਦੇ ਆਧਾਰ ਦੇ ਉੱਤੇ ਅਗਲਾ ਭਾਵੇਂ ਜਿੱਥੇ ਮਰਜ਼ੀ ਅਦਾਲਤ ਤੇ ਚਲੀ ਜਾਵੇ, ਪਰ ਉਹਦੇ ਵਿੱਚ ਇੱਕ ਕੁੰਡੀ ਹੋਰ ਹੋਣੀ ਹੈ। ਚੀਜ਼ਾਂ ਪਈਆਂ ਹੁੰਦੀਆਂ, ਸਬੂਤ ਵੀ ਪਏ ਹੋਣਗੇ, ਗਵਾਹੀਆਂ ਵੀ ਹੋਣਗੀਆਂ, ਪਰ ਉੱਥੇ ਮਨਸ਼ਾ ਕਿਹੜੀ ਹੈ? ਕੀ ਸਰਕਾਰ ਦੇ ਜਿਹੜੇ ਵਕੀਲ ਨੇ, ਜਿਹੜੀ ਸਰਕਾਰ ਦੀ ਉਹ ਪੂਰੀ ਦੀ ਪੂਰੀ ਇੱਕ ਕਲਾਸ ਹੈ ਜਿਹਨੇ ਸਰਕਾਰ ਵਾਲੇ ਪਾਸਿਓਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸਰਕਾਰ ਦਾ ਪੱਖ ਰੱਖਣਾ ਹੁੰਦਾ, ਕੀ ਉਹ ਮੂੰਹ ਖੋਲਣਗੇ? ਕੀ ਉਹ ਚੰਗੇ ਤਰੀਕੇ ਸਰਕਾਰ ਵਾਲਾ ਪੱਖ ਪੇਸ਼ ਕਰਨਗੇ? ਕਿ ਉਹ ਇਨਸਾਫ ਦਿਵਾਉਣ ਦੇ ਲਈ ਗੋਡਣੀਆਂ ਲਾਉਣਗੇ? ਵਕੀਲ ਤਾਂ ਆਪਾਂ ਦਿੱਲੀੋਂ ਤੱਕ ਕਰ ਲਿਆ, ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਤੇ SIT ਉਹ ਤਾਂ ਵੀ ਰੱਦ ਹੋ ਗਈ। ਜਾਣੀ ਉੱਥੇ ਕਿਤੇ ਨਾ ਕਿਤੇ ਮਨਸ਼ਾ ਜਿਹੜੀ ਹੈ ਨਾ,
ਉਹਦੇ ਉੱਤੇ ਜਿਹੜਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ, ਲੋਕਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਘੁੰਮ ਰਹੀ ਹੈ। ਵੈਸੇ ਇਹ ਬੇਅਦਬੀ ਦਾ ਮਸਲਾ ਨਹੀਂ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਿਹੜੀ ਸੰਗਤ ਬੈਠੀ ਸੀ ਉਹਨਾਂ ਤੇ ਗੋਲੀ ਚਲਾਉਣ ਦਾ ਮਸਲਾ ਹੈ। ਤੇ ਐਸਆਈਟੀ ਮੈਨੂੰ ਲੱਗਦਾ ਕਿ ਦੋ ਚੀਜ਼ਾਂ ਪਤਾ ਕਰਨੀ ਚਾਹੂਗੀ ਕਿ ਭਾਈ ਹੁਕਮ ਕਿਤੇ ਉੱਪਰੋਂ ਤਾਂ ਨਹੀਂ ਸੀ ਆਇਆ, ਦੂਸਰਾ ਸ਼ਾਇਦ ਇਹ ਪਤਾ ਕਰਨਾ ਚਾਹੂ ਕਿ ਭਾਈ ਸੰਗਤ ਦੇ ਉੱਤੇ ਜਿਹੜੀ ਗੋਲੀ ਚੱਲੀ, ਜਿਹਨੂੰ ਸੈਲਫ ਡਿਫੈਂਸ ਦੇ ਵਿੱਚ ਚਲਾਈ ਗੋਲੀ ਕਹੀ ਗਈ ਸੀ, ਉਹ ਸੈਲਫ ਡਿਫੈਂਸ ਸੀ ਕਿ ਪੋਲੀਟੀਕਲੀ ਮੋਟੀਵੇਟਡ ਕੰਮ ਸੀ। ਬਸ ਗੱਲ ਇਹ ਨਹੀਂ ਹੈ, ਪਰ ਇੰਨਾ ਜ਼ਰੂਰ ਹੈ ਵੀ ਇਹ ਜਿਹੜਾ ਇਹਨੂੰ ਇਹ ਦਿਖਾਇਆ ਜਾਂਦਾ ਵੀ ਸ਼ਾਇਦ ਇਹ ਬੇਅਦਬੀ ਨਾਲ ਸੰਬੰਧਿਤ ਹੈ। ਬੇਅਦਬੀ ਵਾਲਾ ਕੰਮ 2 ਦਿਨ ਪਹਿਲਾਂ ਹੁੰਦਾ, 12 ਅਕਤੂਬਰ ਨੂੰ। ਇਹ ਘਟਨਾ 14 ਦੀ ਹੈ ਤੇ 14 ਨੂੰ ਵੀ 2 ਵਾਪਰਦੀਆਂ ਨੇ। ਉਹਦੇ ਵਿੱਚੋਂ ਵੀ ਜਿਹੜੀ ਜਿੱਥੇ ਸ਼ਹੀਦੀਆਂ ਹੁੰਦੀਆਂ ਨੇ ਦੋਵਾਂ ਦੀ, ਉਹ ਬਹਿਬਲ ਕਲਾਂ ਦੀ ਗੱਲ ਆ, ਇਹ ਕੋਟਕਪੂਰਾ ਗੋਲੀकांड ਆ। ਹੁਣ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਕਿੱਥੇ ਕਿਵੇਂ ਅਦਾਲਤ 'ਚ ਕਿਹੜੀ ਚੀਜ਼ ਕਿਵੇਂ ਪੇਸ਼ ਕੀਤੀ ਜਾਂਦੀ ਹੈ, ਇਹ ਦੱਸੂਗਾ ਟਾਈਮ। ਤੇ ਇਹ ਟਾਈਮ ਦੇ ਵਿੱਚ ਜਿਹਨੂੰ ਜਿਹੜੀ ਗੋਟੀ ਸਿਆਸੀ ਤੌਰ ਤੇ ਫਿੱਟ ਬਹਿ ਗਈ, ਆਉਂਦੇ 5 ਸਾਲ ਪੰਜਾਬ 'ਚ ਉਹਦੇ ਬਿਲਕੁਲ ਕੁੱਲ ਮਿਲਾ ਕੇ ਤੇ ਇਦਾਂ ਹੀ ਆ। ਇਦਾਂ ਹੀ ਆ। ਪਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਜੀ, ਉਹ ਕਹਿੰਦੇ ਵੀ ਸਾਡੀ ਵੀ ਵਾਰੀ ਆਉਣੀ ਹੈ। ਉਹ ਕਹਿੰਦੇ ਵੀ ਅਸੀਂ ਜਿਹੜਾ ਵੀ ਮੁੱਦਾ ਚੁੱਕਦੇ ਹਾਂ ਬਹਿ ਜਾ ਕਰਾ ਦਿੰਦੇ। ਅੱਜ ਕੱਲ੍ਹ ਉਹ ਵਜ਼ੀਫਿਆਂ ਦਾ ਕਰਕੇ ਲੜਾਈ ਲੜਦੇ ਪਏ, ਡਾਂਗਾਂ ਚੱਲਦੀਆਂ ਪਈਆਂ ਨੇ। ਉਹ ਕਹਿੰਦੇ ਪਿੱਛੇ ਨਹੀਂ ਹਟਾਂਗੇ, ਇਨਸਾਫ ਲੈਣਾ। ਲੜਾਈ ਵਜ਼ੀਫਿਆਂ ਦੀ ਹੈ ਹੀ ਨਹੀਂ ਸੰਧਾਲੀਆ ਸਾਹਿਬ। ਵਜ਼ੀਫੇ ਕਿਹੜਾ ਕੱਲ ਮਿਲਣੋਂ ਹਟੇ ਆ? ਵਜ਼ੀਫੇ ਤਾਂ ਮੈਨੂੰ ਲੱਗਦਾ ਕਿ 3 4 5 ਸਾਲ ਹੋ ਗਏ ਆ। ਰੌਲਾ ਤਾਂ ਪਿਛਲੀ ਸਰਕਾਰ ਵੇਲੇ ਦਾ, ਪਿਛਲੀ ਸਰਕਾਰ ਵੇਲੇ ਦਾ, ਜਿਹੜੀ ਸਰਕਾਰ ਤੋਂ ਹੀ ਪਹਿਲਾਂ ਦਾ। ਇਸੇ ਕਰਕੇ 3 4 ਤੇ 5 ਕਹੇ ਨਾ, ਕਿਉਂਕਿ 4.25 ਐਸ ਨੂੰ ਇਹ ਤਾਂ ਪੌਣਾ ਸਾਲ ਪਹਿਲਿਆਂ ਦਾ ਲਾ ਲਓ। ਸੰਧਾਲੀਆ ਸਾਹਿਬ ਮੈਂ ਹੈਰਾਨ ਹੁੰਨਾ, ਕਿਉਂਕਿ ਆਮ ਆਦਮੀ ਪਾਰਟੀ ਨੇ ਕੀਤਾ ਕੀ ਚੰਗੀ ਗੱਲ ਹੈ। ਮੈਂ ਕਹਿੰਦਾ ਅਕਾਲੀ ਵੀ ਕਰਨ, ਕਾਂਗਰਸੀ ਵੀ ਕਰ ਦੇਣ। ਨਿਆਣੇ ਲੱਖਾਂ ਬੱਚੇ ਸਾਡੇ, ਕਿਸੇ ਨੂੰ ਡਿਗਰੀਆਂ ਨਹੀਂ ਮਿਲੀਆਂ, ਕੋਈ ਪੇਪਰ ਨਹੀਂ ਦੇ ਸਕਿਆ, ਕੋਈ ਪੜ੍ਹ ਨਹੀਂ ਸਕਿਆ, ਤੇ ਕਈਆਂ ਨੂੰ ਕਾਲਜਾਂ ਦੇ ਦਫ਼ਤਰਾਂ ਦੇ ਵਿੱਚ ਖੜੇ ਹੋ ਕੇ ਜਲੀਲ ਹੋਣਾ ਪਿਆ। ਅਗਲੇ ਕਹਿੰਦੇ ਬੱਚਾ ਜਾਵੇ, ਆਖੇ ਜੀ ਮੈਂ ਪੇਪਰ ਦੇਣ, ਤੈਨੂੰ ਰੋਲ ਨੰਬਰ ਦੇਣਾ, 10 ਨਿਆਣੇ ਲਾਗੇ ਖੜੇ ਹੁਣ, ਕਿਉਂ ਨਹੀਂ ਦੇਣਾ? ਸਰਕਾਰ ਨੇ ਪੈਸੇ ਭੇਜੇ ਨਹੀਂ, ਫੀਸ ਜਮ੍ਹਾਂ ਕਰਾ ਦੇ ਇੱਥੇ, ਨਹੀਂ ਤਾਂ ਚੈੱਕ ਦੇ ਜਾਂ ਸਾਨੂੰ ਤਾਂ ਅਸੀਂ ਤੇਰਾ ਰੋਲ ਨੰਬਰ ਦੇ ਦੇਣੇ, ਨਹੀਂ ਦੇਣਾ। ਬੰਦੇ ਦੀ ਕੀ ਰਹਿੰਦੀ ਹੈ? ਬੱਚਾ ਪੜੂਗਾ, ਧਿਆਨ ਉਧਰਲੇ ਪਾਸੇ ਕੇਂਦਰਿਤ ਕਰੂਗਾ ਕਿ ਇਹਨਾਂ ਦੀਆਂ ਗੱਲਾਂ ਨਾਲ ਲੜੂਗਾ। ਹੁਣ ਕਈਆਂ ਸਾਲਾਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮੁੱਦਾ ਭਟਕੀ ਆਉਂਦਾ। ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਭੁੱਖ ਹੜਤਾਲ ਸ਼ੁਰੂ ਕਰਨੀ ਹੈ। ਭੁੱਖ ਹੜਤਾਲ ਤੇ ਬਹਿਣਾ ਕਿਹਨੇ ਸੀ? ਹੋਂਦ ਚਿੱਲੜ ਕਾਂਡ ਨੂੰ ਸਾਹਮਣੇ ਲਿਆਉਣ ਵਾਲੇ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਨੇ, ਜਿਹੜੇ ਪਹਿਲਾਂ ਬੈਂਸ ਭਰਾਵਾਂ ਵੱਲੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਆ। ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਪਾਇਲ ਹਲਕੇ ਦੇ ਇੰਚਾਰਜ ਨੇ। ਐਮਐਲਏ ਗਏ ਆਮ ਆਦਮੀ ਪਾਰਟੀ ਦੇ, ਚੀਮਾ ਸਾਹਿਬ ਗਏ, ਹੋਰ ਜਿੰਨੇ ਵੀ ਬੰਦੇ ਸੀ ਉਹ ਸਾਰੇ ਗਏ, ਪੰਡੋਰੀ ਸਾਹਿਬ, ਜਿੰਨੇ ਵੀ ਬੰਦੇ, ਮਾਸਟਰ ਬਲਦੇਵ ਸਿੰਘ ਜੈਤੋ ਵੀ ਨਾਲ ਸੀ। ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਕੋਲ ਨਹੀਂ ਜਾਣ ਦਿੱਤਾ। ਪੁਲਿਸ ਨੇ ਪਹਿਲੇ ਉਹਨਾਂ ਨੂੰ ਨਾਕਾ ਲਾ ਕੇ ਰੋਕ ਲਿਆ, ਬੱਸਾਂ ਦੇ ਵਿੱਚ ਚਾੜ ਕੇ ਵੱਖ-ਵੱਖ ਥਾਣਿਆਂ 'ਚ ਲੈ ਗਿਆ ਚੰਡੀਗੜ੍ਹ। ਉਹ ਕਹਿੰਦੇ ਸੀ ਕਿ 2 ਬੰਦਿਆਂ ਤੇ ਪਰਚਾ ਕਰੋ, ਇੱਕ ਕਰੋ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਪਰਚਾ, ਦੂਸਰਾ ਕਰੋ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪਰਚਾ। ਕਿ ਇੱਕ ਨੇ ਪੈਸੇ ਦਾ ਹਿਸਾਬ ਰੱਖਣਾ ਸੀ, ਦੂਜੇ ਬੰਦੇ ਦੇ ਕੋਲੇ ਡਿਪਾਰਟਮੈਂਟ ਸੀ। ਨਾਲ ਇਹ ਵੀ ਕਿਹਾ ਕਿ ਕਿਰਪਾ ਸ਼ੰਕਰ ਸਰੋਜ, ਇਹਨਾਂ ਦੇ ਸਾਧੂ ਸਿੰਘ ਧਰਮਸੋਤ ਸਾਹਿਬ ਦੇ ਆਪਣੇ ਡਿਪਾਰਟਮੈਂਟ ਦੇ ਵੱਡੇ ਅਫਸਰ, ਉਹ ਦੱਸ ਕੇ ਗਏ ਆ ਕਿ ਬੱਚਿਆਂ ਨੂੰ ਵਜ਼ੀਫੇ ਦੀ ਰਕਮ ਮਿਲ ਜਾਣੀ ਸੀ, ਪਰ ਇਹਨਾਂ ਨੇ ਆਪਣੇ ਨੇੜਲੇ ਬੰਦਿਆਂ ਨੂੰ, ਇਹ ਆਮ ਆਦਮੀ ਪਾਰਟੀ ਦਾ ਦਾਵਾ ਕਿ ਧਰਮਸੋਤ ਸਾਹਿਬ ਨੇ ਆਪਣੇ ਨੇੜਲੇ ਬੰਦਿਆਂ ਦੇ ਕਾਲਜਾਂ ਨੂੰ ਪੈਸੇ ਦੇ ਦਿੱਤੇ, ਡਿਜ਼ਰਵਿੰਗ ਕੈਂਡੀਡੇਟ ਰਹਿ ਗਏ, ਇਸ ਕਰਕੇ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਛੁੱਟ ਗਈ, ਉੱਪਰੋਂ ਪੈਸੇ ਆਉਣੇ ਬੰਦ ਹੋ ਗਏ। ਹੁਣ ਗਿਆਸਪੁਰਾ ਸਾਹਿਬ ਨੇ ਪੁਲਿਸ ਹਿਰਾਸਤ ਦੇ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰਤੀ। ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਊ, ਕਿਉਂਕਿ ਐਸਸੀ ਭਾਈਚਾਰੇ ਚੋਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲਦੀ ਹੈ। ਅਕਾਲੀ ਭਾਜਪਾ ਗੱਠਜੋੜ ਵੀ ਇਸੇ ਕਰਕੇ ਹੋਇਆ। ਇਸੇ ਮਸਲੇ ਦੇ ਨਾਲ ਐਸਸੀ ਜਿਹੜੀ ਸਕਾਲਰਸ਼ਿਪ ਸਕੀਮ ਪੋਸਟ ਮੈਟ੍ਰਿਕ, ਉਹ ਸੰਬੰਧਿਤ ਹੈ। ਹੁਣ 15 ਤਰੀਕ ਤੋਂ ਆਮ ਆਦਮੀ ਪਾਰਟੀ ਸਾਰੇ ਪੰਜਾਬ 'ਚ ਡੀਸੀ ਦਫ਼ਤਰਾਂ ਦੇ ਮੂਹਰੇ, 15 ਤਰੀਕ ਤੁਹਾਨੂੰ ਪਤਾ ਹੀ ਆ ਕਿੱਦਣ ਆਉਣੀ ਆ, ਜਾਣੀ ਕੁਝ ਘੰਟੇ ਬਾਅਦ ਸ਼ੁਰੂ ਹੋ ਜਾਣਾ ਕੰਮ, ਕਿਉਂਕਿ ਹੋ ਗਈ ਅੱਜ ਦੀ ਆ 11 ਵਜੇ ਸ਼ੁਰੂ ਕਰਨਗੇ ਨਾ। ਅੱਛਾ, ਸਵੇਰ ਦੀਆਂ ਤਾਂ ਖਾ ਪਕਾ ਕੇ ਹੁਣ ਉਧਰਲੇ ਪਾਸੇ ਕੰਮ ਸ਼ੁਰੂ ਹੋਣਾ। ਸੰਧਾਲੀਆ ਸਾਹਿਬ, ਇੱਥੇ ਇੱਕ ਗੱਲ ਜਿਹੜੀ ਸਮਝਣ ਵਾਲੀ ਹੈ, ਜਦੋਂ ਕੇਂਦਰ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਸੀ, ਉਹਦੇ ਵਿੱਚ ਇਹ ਸੀ ਕਿ ਕੋਈ ਵੀ ਐਸਸੀ ਭਾਈਚਾਰੇ ਦਾ ਵਿਦਿਆਰਥੀ 10ਵੀਂ ਪਾਸ ਕਰ ਲਵੇ, 12ਵੀਂ ਕਰ ਲਵੇ, ਉਹ ਪ੍ਰਾਈਵੇਟ ਸਕੂਲ ਕਾਲਜ 'ਚ ਪੜ੍ਹੇ, ਪ੍ਰਾਈਵੇਟ ਯੂਨੀਵਰਸਿਟੀ 'ਚ ਪੜ੍ਹੇ, ਸਰਕਾਰੀ 'ਚ ਪੜ੍ਹੇ, ਉਹਨੂੰ ਫੀਸ ਨਹੀਂ ਦੇਣੀ ਪਊਗੀ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਉਹਦੀ 20,000 ਫੀਸ ਹੈ, 20 ਮਿਲੂ। ਉਹਦੀ 2 ਲੱਖ ਫੀਸ ਆ, ਉਹਨੂੰ 2 ਲੱਖ ਮਿਲੂ। ਬੜੀ ਵਧੀਆ ਸਕੀਮ ਆ, ਨਿਆਣੇ ਪੜ੍ਹਨੇ ਚਾਹੀਦੇ ਆ, ਕੋਈ ਗੱਲ ਹੀ ਨਹੀਂ। ਪਰ 2017 ਤੱਕ ਆਉਂਦਿਆਂ ਕੇਂਦਰ ਸਰਕਾਰ ਨੇ ਕਲੀਅਰ ਕਰਤਾ ਸੀ, 14 'ਚ ਕਲੀਅਰ ਕਰਤਾ ਸੀ ਕਿ ਭਾਈ ਹੌਲੀ ਹੌਲੀ ਸੂਬੇ ਭਾਰ ਚੱਕੋ, ਤੇ 2017 ਕਲੀਅਰ ਸੀ ਕਿ ਸੂਬੇ ਹੀ ਸਾਰੇ ਪੈਸੇ ਦੇਣਗੇ, ਕੇਂਦਰ ਦੀ ਸਰਕਾਰ ਨਹੀਂ ਦਊ। ਤਾਂ ਸੂਬਿਆਂ ਦੀਆਂ ਸਰਕਾਰਾਂ ਤਾਂ ਭਾਰ ਹੀ ਨਹੀਂ ਚੱਲਦੀਆਂ, ਫਿਰ 60-40 ਦੀ ਰੇਸ਼ੋ ਕੀਤੀ। ਹੁਣ ਪੰਜਾਬ ਵਾਲੇ ਕਹਿੰਦੇ ਅਸੀਂ ਆਪਣੇ ਹਿੱਸੇ ਦੇ ਦਿੰਦੇ ਆ, ਕੇਂਦਰ ਵਾਲੇ ਹਿੱਸੇ ਦੇ ਉਹਨਾਂ ਨੂੰ ਬੇਨਤੀ ਕਰ ਦਿੰਦੇ ਆ। ਪਰ ਕੁੱਲ ਮਿਲਾ ਕੇ ਧੱਕਾ ਹੈ। ਜੇ ਕੇਂਦਰ ਨੇ ਸੂਬਿਆਂ ਦੇ ਗਲ ਸਕੀਮ ਪਾਤੀ ਹੈ, ਕੀ ਉਹਨਾਂ ਨੂੰ ਇੰਨਾ ਪਤਾ ਹੈ ਕਿ ਸੂਬੇ ਇਹ ਭਾਰ ਝੱਕਣ ਦੇ ਸਮਰੱਥ ਹੈ, ਝੱਲਣ ਦੇ ਸਮਰੱਥ ਹੈਗੇ ਆ? ਜੇ ਨਹੀਂ ਹੈਗੇ ਤਾਂ ਨੁਕਸਾਨ ਕਿਹਨੂੰ ਹੋਣਾ? ਸਰਕਾਰ ਨੂੰ ਥੋੜੀ ਹੋਣਾ।
ਪੜ੍ਹਾਈ ਤਾਂ ਵਿਦਿਆਰਥੀਆਂ ਦੀ ਰੁਕਣੀ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਭਾਜਪਾ, ਜਿਹੜੀ ਮਰਜ਼ੀ ਧਿਰ ਹੈ। ਜਦੋਂ ਤਾਂ ਪਿਛਲੇ 5 ਸਾਲਾਂ ਤੋਂ ਨਿਆਣੇ ਰੋਲ ਰਹੇ ਸੀ, ਧੱਕੇ ਖਾਂਦੇ ਸੀ, ਉਦੋਂ ਸਿਰਫ ਇਹਨਾਂ ਨੇ ਪ੍ਰੈਸ ਬਿਆਨ ਜਾਰੀ ਕੀਤੇ, ਤੇ ਹੁਣ ਕਿਉਂਕਿ ਵੋਟਾਂ ਲੈਣੀਆਂ ਤੇ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਘੁੰਮਦੇ ਆ। ਇਹਦੇ 'ਚ ਆਪਾਂ ਇਹ ਵੀ ਗੱਲ ਯਾਦ ਕਰਾਈਏ, ਮੇਰਾ ਖਿਆਲ ਜੇ ਮੈਂ ਗਲਤ ਨਹੀਂ ਤੇ 12 13 ਮੈਂ 10 ਤੋਂ ਬਾਅਦ ਹੀ ਹੌਲੀ ਹੌਲੀ ਕੰਮ ਸ਼ੁਰੂ ਹੋ ਗਿਆ ਸੀ। ਉਦੋਂ ਕਿਉਂ ਨਾ ਐਂ ਹੀ ਲੱਗਣ ਲੱਗ ਪਿਆ ਵੀ ਯਾਰ ਇੱਥੇ ਪਤਾ ਨਹੀਂ ਕਿਉਂ ਜ਼ਮੀਨ ਲੈ ਲਈ। ਉਹ ਕਹਿੰਦੇ ਫਲਾਣੇ ਲੀਡਰ ਨੇ ਲਈ ਆ, ਉਹ ਕਹਿੰਦਾ ਨਹੀਂ ਫਲਾਣੇ ਲੀਡਰ ਦੇ ਨੇੜਲੇ ਨੇ ਲਈ ਆ। ਪਹਿਲਾਂ ਉਹਨੂੰ ਕੱਚਾ ਪਾਇਆ ਜਾਂਦਾ ਸੀ, ਫਿਰ ਸੜਕ ਵੀ ਬਣ ਗਈ, ਫਿਰ ਹੌਲੀ ਹੌਲੀ ਬਿਲਡਿੰਗ ਬਣ ਗਈ। ਇਹ ਜਿਹੜੀ ਫਲਾਨਾ ਇੰਜੀਨੀਅਰਿੰਗ ਕਾਲਜ ਹੈ, ਇਹ ਨਾ ਫਲਾਨਾ ਉੱਚ ਤਕਨੀਕੀ ਜਿਹੜੀ ਹਾਸਲ ਕਰਾਉਣੀ ਇੱਥੇ ਸਿੱਖਿਆ। ਬੰਦਾ ਸੋਚੇ ਵੀ ਇੱਥੇ ਭਾਈ ਸਾਹਿਬ ਕਿੱਥੇ ਗੱਡੇ ਚੱਲਦੇ ਸੀ, ਕਿੱਥੇ ਹੁਣ ਇਹ ਏਡੇ ਕਾਲਜ ਬਣਨ ਲੱਗ ਪਏ। ਪਰ ਨਹੀਂ, ਲੋਕਾਂ ਨੂੰ ਵੀ ਹੁੰਦਾ ਨਾ ਅੰਦਰਲਾ ਭੇਤ ਹੁਣ ਤੇ ਲੋਕਾਂ ਦੇ ਸਾਹਮਣੇ ਅੱਜ ਆਇਆ ਨਾ ਵੀ ਕਿਹੜੀ ਗੱਲੋਂ ਇੰਨੇ ਖੁੰਬਾਂ ਨੂੰ ਕਾਲਜ ਨਿਕਲੇ ਸੀ। ਉਦੋਂ ਤੇ ਬੰਦਾ ਸੋਚਦਾ ਵੀ ਯਾਰ ਸ਼ਾਇਦ ਸਰਕਾਰਾਂ ਸੋਚਣ ਡਈਆਂ ਵੀ ਲਾਗੇ ਕਾਲਜ ਬਣ ਜੂ, ਜਾਣੇ ਨਿਆਣੇ ਪੜ੍ਹ ਜਾਣਗੇ। ਪਰ ਉਹ ਥੋੜ੍ਹਾ ਕੁ ਚਿਰ ਚੱਲਿਆ, ਜਦੋਂ ਪਤਾ ਸੀ ਵੀ ਗੱਫਾ ਉੱਤੋਂ ਆ ਜਾਣਾ, ਤੇ ਉਹ ਗੱਫਾ ਸਾਰਾ ਚੱਲਣਾ ਵੀ ਕਾਗਜ਼ਾਂ ਦੇ ਵਿੱਚ, ਵੀ ਨਿਆਣਾ ਉੱਥੇ ਬਵੇ ਚਾਹੇ ਨਾ ਬਵੇ, ਗੱਫਾ ਅੰਦਰ ਘੁੰਮੀ ਜਾਣਾ। ਹੁਣ ਜਦੋਂ ਹੌਲੀ ਹੌਲੀ ਪਤਾ ਲੱਗਿਆ ਵੀ ਗੱਫਾ ਉੱਧਰੋਂ ਬੰਦ ਹੋ ਗਿਆ, ਤੇ ਹੁਣ ਆਪਾਂ ਪਿਛਲੇ ਸਮੇਂ 'ਚ ਇਹ ਦੇਖਦੇ ਹਾਂ ਹੁਣ ਨਾ ਜੀ ਬੱਚੇ ਨਹੀਂ ਪੜ੍ਹਨਾ ਚਾਹੁੰਦੇ, ਬੱਚੇ ਨਾ ਜੀ ਬਾਹਰ ਜਾਣਾ ਚਾਹੁੰਦੇ, ਇਸ ਕਰਕੇ ਕਾਲਜ ਬੰਦ ਹੋ ਰਹੇ, ਮੁਰਗੀ ਫਾਰਮ ਖੋਲ੍ਹਤਾ ਹੀ। ਹਾਂ, ਹੁਣ ਦੂਜੇ ਬੰਨੇ ਹੋ ਗਏ। ਮਤਲਬ ਇਹ ਗੱਲਾਂ ਨੇ ਜੀ, ਇਹ ਤੁਸੀਂ ਅੱਜ ਇਹ ਦੇਖੋ ਇੰਨੇ ਸਾਲਾਂ ਬਾਅਦ ਆਪਾਂ ਨੂੰ ਪਤਾ ਲੱਗ ਰਹੀਆਂ ਵੀ ਅਚਾਨਕ ਕਿਉਂ ਕਾਲਜ ਨਿਕਲੇ। ਕਾਲਜਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਲੱਗਦਾ ਹੈ ਵੀ ਯਾਰ ਜਿੱਡੀ ਬਿਲਡਿੰਗ ਓਡੇ ਨਿਆਣੇ ਜਾਪਦੇ ਤੇ ਹੈ ਨਹੀਂ, ਵਿੱਚ ਕਾਹਦੇ ਸਿਰ ਤੇ ਚੱਲਦਾ। ਫਿਰ ਜਦੋਂ ਪਤਾ ਲੱਗਿਆ ਵੀ ਗੱਫੇ ਆਉਣੋਂ ਹਟ ਗਏ ਨੇ, ਫਿਰ ਉਹ ਕਈਆਂ ਨੇ ਬੰਦ-ਬੁੰਦ ਵੀ ਕਰ ਦਿੱਤੇ, ਉਦੋਂ ਬਾਅਦ ਰੌਲਾ ਰੱਪਾ ਪੈਂਦਾ ਫਿਰਦਾ ਤੇ ਵਿਚਾਰੇ ਨਿਆਣੇ ਅਜੇ ਤੱਕ ਰੋਂਦੇ ਫਿਰਦੇ। ਸੰਧਾਲੀਆ ਸਾਹਿਬ, ਮੈਂ ਇੱਥੇ ਇੱਕ ਗੱਲ ਬੜੀ ਕਲੀਅਰ ਕਰਦਾ, ਉਹ ਕਾਲਜ ਨਾ ਤਾਂ ਨੱਥਾ ਸਿੰਘ ਦੇ ਆ ਤੇ ਨਾ ਨੱਥੂ ਰਾਮ ਹੋਰਾਂ ਦੇ ਆ, ਨਾ ਉਹ ਰਾਮ ਰੱਖੇ ਹੋਰਾਂ ਦੇ ਆ। ਕੋਈ ਬੰਦਾ ਜਿਹੜਾ ਰੇਹੜੀ ਲਾਉਂਦਾ, ਸਾਈਕਲਾਂ ਨੂੰ ਪੈਂਚਰ ਲਾਉਂਦਾ, ਫੈਕਟਰੀ 'ਚ ਕੰਮ ਕਰਦਾ, ਸਕੂਲ 'ਚ ਅਧਿਆਪਕ ਆ, ਜਾਂ ਫਿਰ ਕਿਤੇ ਕਲਰਕ ਲੱਗਾ ਜਾਂ ਕੰਡਕਟਰ ਲੱਗਾ, ਉਹਦੇ ਕਾਲਜ ਨੇਗੇ। ਕਾਲਜ ਕਿਹਦੇ ਆ? ਵੱਡੇ ਬੰਦਿਆਂ ਦੇ, ਜਾਂ ਵੱਡੇ ਬੰਦਿਆਂ ਦੇ ਗਾਂ ਖਾਸ ਬੰਦਿਆਂ ਦੇ। ਪੰਗਾ ਕਿੱਥੋਂ ਪਿਆ ਸੀ? ਜਦੋਂ ਤੱਕ ਆਧਾਰ ਕਾਰਡ ਵਾਲਾ ਮਸਲਾ ਸਾਹਮਣੇ ਨਹੀਂ ਸੀ ਆਇਆ, ਉਦੋਂ ਤੱਕ ਇੱਕ ਵਿਦਿਆਰਥੀ, ਮੰਨ ਲਓ ਕਿ ਇੱਕ ਬੰਦੇ ਦੇ 16 ਕਾਲਜ ਨੇ, ਇਦਾਂ ਹੀ ਆ। ਉੱਥੇ ਗੁਰਪ੍ਰੀਤ ਸਿੰਘ 16 'ਚ ਹਿੱਸਾ ਗੁਰਪ੍ਰੀਤ ਸਿੰਘ ਸੰਧਾਲੀਆ ਆ ਗਿਆ, ਉਹਨੇ ਆਪਣੇ ਡਾਕੂਮੈਂਟ ਦੇ ਦਿੱਤੇ ਜੀ, ਮੈਂ BA ਵੀ ਕੀਤਾ, ਮੈਂ ਆ ਵੀ ਕੀਤਾ, ਮੈਂ ਆ ਵੀ ਕੀਤਾ। ਉਹਨਾਂ ਕਹਿੰਦੇ ਠੀਕ ਆ ਬਈ, ਸਰਕਾਰ ਨੇ ਫੀਸ ਤੇ ਨਹੀਂ ਦੇ ਦੇਣੀ, ਚੱਲ ਕਾਕਾ ਘਰ ਨੂੰ 16 ਤਰੀਕ ਤੋਂ ਕਲਾਸਾਂ ਲਾਉਣਾ ਜੀ। ਉਹਨੂੰ ਪਤਾ ਹੀ ਨਹੀਂ ਗੁਰਪ੍ਰੀਤ ਸਿੰਘ ਸੰਧਾਲੀਆ ਨੂੰ, ਉਹ ਬਾਬੇ ਬਕਾਲੇ ਵਾਲੇ ਕਾਲਜ 'ਚ ਵੀ ਉਹਦਾ ਨਾਂ ਆ, ਬਟਾਲੇ ਵਾਲੇ 'ਚ ਵੀ ਉਹਦਾ ਹੀ ਨਾਂ ਚੱਲੀ ਜਾਂਦਾ, ਉਹ ਗੁਰਦਾਸਪੁਰ ਵਾਲੇ 'ਚ ਵੀ ਉਹਦਾ ਹੀ ਚੱਲੀ ਜਾਂਦਾ, ਬਰਨਾਲੇ ਵਾਲੇ 'ਚ ਵੀ ਉਹਦਾ ਹੀ ਚੱਲੀ ਜਾਂਦਾ, ਮੁਹਾਲੀ ਵਾਲੇ 'ਚ ਵੀ ਉਹਦਾ ਹੀ ਚੱਲੀ ਜਾਂਦਾ। ਬੰਦਾ ਇੱਕ ਆ ਤੇ ਸਰਕਾਰ ਤੋਂ ਵਜੀਫੇ ਦੇ ਪੈਸੇ 5-5 ਵਾਰੀ ਲੈ ਕੇ ਖਾ ਲੈ। ਉਹਦੇ ਤੋਂ ਬਾਅਦ ਜਦੋਂ ਸਰਕਾਰ ਨੂੰ ਪਤਾ ਲੱਗ ਗਿਆ, ਉਹ ਕਹਿੰਦੇ ਨਾ ਪਹਿਲਾਂ ਪੁਰਾਣਾ ਹਿਸਾਬ ਦਿਓ। ਸੰਧਾਲੀਆ ਸਾਹਿਬ, ਅੱਜ ਲੋੜ ਹੈ, ਕੱਲਾ ਸਾਧੂ ਸੂ ਧਰਮ ਸੋਧ ਦੇ ਉੱਤੇ ਪਰਚਾ ਨਾ ਹੋਵੇ। ਮੈਨੂੰ ਨਹੀਂ ਪਤਾ ਮਨਪ੍ਰੀਤ ਬਾਦਲ ਤੇ ਬਣਦਾ ਕਿ ਨਹੀਂ ਬਣਦਾ। ਸਾਰੇ ਹੀ ਕਾਲਜਾਂ ਵਾਲੇ ਜਿਨ੍ਹਾਂ ਨੇ ਉਹ ਖੇ ਖਰਾਬਾ ਕੀਤਾ, ਜਿਨ੍ਹਾਂ ਨੇ ਉਹ ਪੈਸੇ ਖਾਦੇ ਆ, ਉਹਨਾਂ ਨੂੰ ਚੱਕ ਕੇ ਅੰਦਰ ਦੇਣਾ ਚਾਹੀਦਾ ਤੇ ਪੁੱਛਣਾ ਚਾਹੀਦਾ ਕਿ ਭਾਈ ਕਿਹੜੇ ਵੱਡੇ ਬੰਦੇ ਦਾ ਤੁਹਾਡੇ ਸਿਰ ਦੇ ਉੱਤੇ ਹੱਥ ਸੀ, ਕਿਉਂਕਿ ਆਮ ਬੰਦਾ ਆਪ ਪੈਸੇ ਖਾਣ ਜੋਗਾ ਨਹੀਂ ਹੁੰਦਾ, ਉੱਪਰ ਕੋਈ ਨਾ ਕੋਈ ਹੁੰਦਾ, ਵਿੱਚੋਂ ਬੋਲਦਾ ਕੋਈ ਹੋਰ ਹੁੰਦਾ, ਉਹ ਬੋਲਦੇ ਵਾਲਾ ਕੱਢਣਾ ਚਾਹੀਦਾ। ਬਸ ਮਤਲਬ ਇਹ ਆ ਕਿ ਵੀ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਸਕੀਮ ਦੱਸੀ ਵੀ ਆ ਗਈ ਜੇ ਤਕੜੀ ਹੋ ਜੂ। ਜਿੱਦਾਂ ਮੇਰਾ ਖਿਆਲ ਕੱਲ੍ਹ ਵੀ ਜੇ ਪੰਨੂ ਸਾਹਿਬ ਦੱਸਣ ਡਿਆ ਹੈ ਵੀ ਉਹ ਟਾਈਲਾਂ ਵਾਲੀ ਸਕੀਮ ਹੀ ਆਈ ਸੀ ਨਾ, ਵੀ ਅਚਾਨਕ ਲੋਕਾਂ ਨੂੰ ਲੱਗਿਆ ਵੀ ਨਹੀਂ ਯਾਰ ਭੱਠੇ ਵਾਲੀ ਇੱਟ ਨਹੀਂ ਲਾਉਣੀ, ਉਹ ਸੀਮੈਂਟ ਵਾਲੀ ਲਾਉਂਦੇ ਨੇ। ਫਿਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗਾ ਵੀ ਯਾਰ ਸੀਮੈਂਟ ਵਾਲੀਆਂ ਅਚਾਨਕ ਤੋਂ ਫੈਕਟਰੀਆਂ ਕਿੱਦਾਂ ਲੱਗੀ ਜਾਂਦੀਆਂ। ਫਿਰ ਉਹ ਕਿਤੇ ਲੱਗੀਆਂ, ਫਿਰ ਕਹਿੰਦੇ ਜੀ ਇਹ ਫੈਕਟਰੀ ਬਹੁਤ ਵਧੀਆ ਚੱਲਦੀ ਆ। ਫਿਰ ਵੋਟਾਂ ਲੰਘ ਗਈਆਂ, ਇਹ ਨਹੀਂ ਚੱਲਦੀ ਹੁਣ, ਬੰਦ ਹੈ। ਉੱਥੇ ਇੱਕ ਹੋਰ ਲੱਗ ਗਈ, ਉਹ ਬਹੁਤ ਵਧੀਆ ਚੱਲਦੀ। ਮਸ਼ੀਨਾਂ ਹੋਈ ਆ, ਹਾਂ ਮਸ਼ੀਨਾਂ ਹੋਈ ਆ। ਹੁਣ 2022 'ਚ ਜੇ ਤੇ ਸਰਕਾਰ ਉਹੀ ਰਹਿ ਗਈ, ਫਿਰ ਉਹ ਹੋਰ ਵਧੀਆ ਚੱਲੂਗੀ। ਜੇ ਸਰਕਾਰ ਬਦਲ ਗਈ ਫਿਰ ਉਹ ਬੰਦ ਹੋਈ ਨਹੀਂ ਉਹ ਪਹਿਲੀ ਵੀ ਹੁਣ ਚੱਲ ਪਈ, ਬਹੁਤ ਵਧੀਆ ਚੱਲਦੀ ਆ। ਫਿਰ ਉਹ ਫੱਟਾ ਹੀ ਇੱਕ ਬਦਲਣਾ, ਮੈਸੇਜ ਫਲਾਨਾ ਹੋ ਜਾਣਾ ਜਿਹੜਾ ਪਹਿਲਾਂ ਫਲਾਨਾ ਸੀ। ਸੋ ਇਹ ਜਿੱਧਰ ਨੂੰ ਤੁਰ ਪਿਆ ਕੰਮ, ਅਸੀਂ ਤਾਂ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ, ਯਾਰ ਇਹਨੂੰ ਸੰਭਾਲ ਲਓ। ਜੇ ਪੰਜਾਬੀ ਨਾ ਰਹੇ ਤੇ ਵੋਟਾਂ ਪਤਾ ਨਹੀਂ ਫਿਰ ਉਹਦੇ ਭੇਡਾਂ ਬੱਕਰੀਆਂ ਰੱਖ ਲੈਣਗੇ ਜਾਂ ਉਹਦੀਆਂ ਬਣਵਾ ਲੈਣ। ਮੈਂ ਤਾਂ ਕਹਿੰਦਾ ਨਹੀਂ, ਮੁਸ਼ਕਿਲ ਹੋ ਜਾਣੀ ਹੈ। ਕੱਟੀ ਉੱਥੇ ਮੋਹਰ ਲਾਇਆ ਕਰੇ, ਮੈਂ ਖੁਰ ਦੇ ਉੱਪਰ ਹਾਲ ਹੋਈ, ਮੈਨੂੰ ਇੰਨੀਆਂ ਕੱਟੀਆਂ ਨੇ ਵੋਟਾਂ ਪਾ ਦੀਆਂ। ਉਹ ਮੈਨੂੰ ਇੱਕ ਗੱਲ ਬੜੀ ਦਿੱਕਤ ਆਇਆ ਕਰਨੀ, ਹੁਣ ਤਾਂ 9 ਦੇ ਉੱਤੇ ਇਹਦੇ ਨਾ ਕੱਟੀ ਦੇ ਕਿੱਥੇ ਲਾਉਣਗੇ? ਕੱਟੀ ਦੇ ਮੱਥੇ ਤੇ। ਹਾਂ, ਮੈਂ ਕਿਹਾ ਜੇ ਖੋਤੇ ਲਾਉਣ ਲੱਗ ਪਿਆ ਹੋ ਸਕਦਾ ਖੁਰ ਮਾਰਿਓ। ਸੋ ਇਹ ਹੈ ਨੇ ਜੀ ਹਾਲਾਤ। ਅੱਛਾ ਬਾਟ ਸਾਹਿਬ, ਇੱਕ ਚੀਜ਼ ਨਹੀਂ ਮੈਨੂੰ ਸਮਝ ਆਈ, ਕਹਿੰਦੇ ਕਿਸਾਨਾਂ ਨੇ ਇਤਰਾਜ਼ ਕੀਤਾ ਇਸ ਚੀਜ਼ ਦੇ ਉੱਪਰ ਕਿ ਜਿਹੜੀ ਕੇਂਦਰ ਸਰਕਾਰ ਹੈ, ਉਹ ਜਿਹੜਾ ਬਿਜਲੀ ਨਾਲ ਸੰਬੰਧਿਤ ਬਿੱਲ ਹੈ ਜਿਹੜਾ ਕਹਿੰਦੇ ਕਿ ਲਿਆਉਣਾ, ਸਰਕਾਰ ਤਾਂ ਕਹਿੰਦੀ ਅਸੀਂ ਨਹੀਂ ਲਿਆਉਣਾ, ਪਰ ਹੁਣ ਜਿੱਦਾਂ ਉਹ ਕਹਿੰਦੇ ਵੀ ਅਲੱਗ-ਅਲੱਗ ਸਟੇਟਾਂ ਨੂੰ ਕੋਈ ਰਿਵਾਰਡ ਪੁਆਇੰਟ ਦੇਣੇ ਸ਼ੁਰੂ ਕਰ ਦਿੱਤੇ ਆ। ਜਿਹੜੇ ਸਬਸਿਡੀਆਂ ਦਿੰਦੇ ਨੇ ਸਟੇਟ, ਉਹਨਾਂ ਨੂੰ ਵੱਖਰੇ ਤੌਰ ਦੇ ਉੱਪਰ ਵੇਖਿਆ ਜਾ ਰਿਹਾ, ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਵੱਖਰੇ ਤੌਰ ਤੇ ਦੇਖਿਆ ਜਾ ਰਿਹਾ। ਉਹ ਕੀ ਕਹਾਣੀਆਂ ਭਾਈ? ਦੇਖੋ ਸੰਧਾਲੀਆ ਸਾਹਿਬ, ਬਹੁਤ ਇੱਕ ਮੋਟਾ ਜਿਹਾ ਮਸਲਾ ਕਿ ਵੱਡੇ ਜਿਹੜੇ ਕਾਰਪੋਰੇਟ ਅਦਾਰੇ ਨੇ, ਸਰਮਾਏਦਾਰੀ ਵਾਲੇ ਅਦਾਰੇ ਨੇ, ਵੱਡੀਆਂ ਕੰਪਨੀਆਂ ਨੇ, ਜਿਹੜੇ ਚਾਹੁੰਦੇ ਆ ਕਿ ਭਾਈ ਅਸੀਂ ਹੀ ਖੇਤੀ ਕਰੀਏ,
ਉਹ ਤਾਂ ਇਹ ਵੀ ਚਾਹੁੰਦੇ ਆ ਕਿ ਭਾਈ ਜਲੰਧਰੋਂ ਲੈ ਕੇ ਅੰਬਾਲੇ ਤੱਕ ਇੱਕੋ ਹੀ ਫਾਰਮ ਹੋਵੇ ਉਹਨਾਂ ਦਾ ਹੀ। ਉਹਦੇ ਵਿੱਚੋਂ ਜੋ ਨੱਥਾ ਸਿੰਘ ਰਾਮ ਰੱਖਾ ਜਾਂ ਜਿਹੜਾ ਵੀ ਬੰਦਾ ਨੱਥੂ ਰਾਮਾ ਉਹਨਾਂ ਸਾਰਿਆਂ ਨੂੰ ਕੱਢ ਕੇ ਪਰੇ ਕਰੀਏ, ਉਹ ਫਿਰ ਸਾਡੇ ਕਾਰਖਾਨਿਆਂ ਦੇ ਵਿੱਚ ਕੰਮ ਧੰਦੇ ਕਰਨ। ਆਪਾਂ ਕਾਰਖਾਨਿਆਂ ਦੇ ਵਿਰੋਧੀ ਨਹੀਂ, ਪਰ ਇਹ ਲੱਗਦਾ ਹੁਣ ਇਸ ਤਰ੍ਹਾਂ ਮਹਿਸੂਸ ਕੀਤਾ ਜਾਂਦਾ ਸੀ ਕਿ ਸਾਡੀਆਂ ਸਰਕਾਰਾਂ ਉਹਨਾਂ ਸਰਮਾਏਦਾਰਾਂ ਦੇ ਪ੍ਰਭਾਵ ਦੇ ਹੇਠ ਆ ਕੇ ਇਹ ਚਾਹੁੰਦੀਆਂ ਕਿ ਛੋਟੀ ਕਿਸਾਨੀ, ਕਿਉਂਕਿ ਸਬਸਿਡੀ ਦੇ ਸਿਰ ਤੇ ਬਚਦੀ ਹੈ, ਚਾਹੇ ਉਹ ਖਾਦ ਤੇ ਮਿਲਦੀ ਹੈ, ਚਾਹੇ ਉਹ ਖੇਤੀਬਾੜੀ ਦੀ ਬਿਜਲੀ ਦੇ ਮੁੱਦੇ ਤੇ ਮਿਲਦੀ ਹੈ, ਚਾਹੇ ਉਹ ਬੀਜਾਂ ਦੇ ਮੁੱਦੇ ਤੇ ਮਿਲਦੀ ਹੈ, ਚਾਹੇ ਉਹ ਖੇਤੀਬਾੜੀ ਦੀ ਜਿਹੜੀ ਮਸ਼ੀਨਰੀ ਹੈ ਉਹਦੇ ਮੁੱਦੇ ਤੇ ਮਿਲਦੀ ਹੈ, ਉਹ ਸਾਰੀ ਸਬਸਿਡੀ ਦੇ ਸਿਰ ਤੇ ਚੱਲਦੀ ਹੈ। ਅੱਜ ਸਬਸਿਡੀ ਖਿੱਚ ਲਓ, ਅਗਲੇ ਸਾਲ ਛੋਟੀ ਕਿਸਾਨੀ ਖਤਮ। ਹੁਣ ਸਰਕਾਰ ਚਾਹੁੰਦੀ ਸੀ ਕਿ ਹੌਲੀ ਹੌਲੀ ਉਹ ਸਬਸਿਡੀਆਂ ਵਾਲਾ ਕੰਮ ਆਪਾਂ ਨਿਬੇੜ ਦਈਏ, ਤੇ ਜਦੋਂ ਸਬਸਿਡੀਆਂ ਵਾਲਾ ਕੰਮ ਨਿਬੇੜਨ ਦੀ ਗੱਲ ਆਉਂਦੀ ਤਾਂ ਲੋਕ ਖਿਲਾਫ ਖੜ ਜਾਂਦੇ ਆ। ਦਿੱਲੀ ਵਾਲੇ ਮੋਰਚੇ ਇਸੇ ਤਰ੍ਹਾਂ ਦੇ ਲੱਗੇ ਆ। ਪਹਿਲਾਂ ਤਾਂ ਬਿਜਲੀ ਵਾਲਾ ਜਿਹੜਾ ਉਹ ਕਾਨੂੰਨ ਸੀ ਉਹਦੇ ਵਿੱਚ ਇਹੀ ਸੀ ਕਿ ਭਾਈ ਇਸ ਵੇਲੇ ਤਾਂ ਪੰਜਾਬ ਦੇ ਵਿੱਚ ਬੰਦਾ ਜਾ ਕੇ ਮੋਟਰ ਦਾ ਸਵਿਚ ਨੱਪਦਾ, ਪਾਣੀ ਆਉਂਦਾ ਹੈ, ਬਿੱਲ ਉਹਨੂੰ ਦੇਣਾ ਨਹੀਂ ਪੈਂਦਾ, ਜਿੰਨਾ ਮਰਜ਼ੀ ਬੱਤੀ ਬਾਲ ਲਵੇ, ਪਾਣੀ ਲਾ ਲਵੇ, ਬਿੱਲ ਮਾਫ ਹੈ। ਪਰ ਸੰਧਾਲੀਆ ਸਾਹਿਬ ਉਹ ਕਹਿੰਦੇ ਸੀ ਕਿ ਨਹੀਂ, ਮੀਟਰ ਲਾਓ, ਉੱਥੇ ਮੀਟਰ ਪਤਾ ਲੱਗੇ ਕਿਹੜਾ ਕਿਸਾਨ ਕਿੰਨੀ ਬਿਜਲੀ ਫੂਕਦਾ, ਉਹ ਇੱਕ ਵਾਰੀ ਬਿੱਲ ਉਹਨੂੰ ਜਾਵੇ, ਬਿੱਲ ਉਹ ਜਮ੍ਹਾਂ ਕਰਾ ਦੇਵੇ, ਫਿਰ ਸੂਬਾ ਸਰਕਾਰ ਕੋਲੋਂ ਪੈਸੇ ਉਹਦੇ ਖਾਤੇ 'ਚ ਪਾ ਦੇਵੇ। ਵਧੀਆ, ਜਿੱਦਾਂ ਆਪਣੇ ਗੈਸ ਦਾ ਸਿਲੰਡਰ ਮਿਲਦਾ ਸੀ, ਪਹਿਲਾਂ ਤਾਂ 500-600 ਰੁਪਈਆ ਸਬਸਿਡੀ ਹੁੰਦੀ ਸੀ, ਹੁਣ 13 ਰੁਪਈਏ 14 ਰੁਪਈਏ। ਇਦਾਂ ਹੀ ਕਿਸਾਨਾਂ ਨੂੰ ਲੱਗਦਾ ਹੈ ਕਿ ਸਾਡੀ ਬਿਜਲੀ ਵਾਲੀ ਸਬਸਿਡੀ ਦੇ ਨਾਲ ਬਣਨਾ। ਹੁਣ ਸੰਧਾਲੀਆ ਸਾਹਿਬ ਪਹਿਲਾਂ ਤਾਂ ਰੌਲਾ ਪੈ ਗਿਆ, ਉਹ ਕਹਿੰਦੇ ਚਲੋ ਕੋਈ ਨਹੀਂ, ਪਰ ਹੁਣ ਕੇਂਦਰ ਸਰਕਾਰ ਨੇ ਹੱਥ ਦੂਜੇ ਪਾਸਿਓਂ ਪਾ ਲਿਆ ਕਿ ਇੱਧਰੋਂ ਦੀ ਕੰਨ ਫੜਦੇ ਆ। 9 ਜੂਨ ਨੂੰ ਇੱਕ ਚਿੱਠੀ ਜਾਰੀ ਹੋਈ ਹੈ, ਕਿਸਾਨ ਜਥੇਬੰਦੀਆਂ ਨੇ ਠੋਕ ਕੇ ਵਿਰੋਧਤਾ ਕੀਤੀ। ਚਿੱਠੀ ਕੀ ਹੈ? ਸੂਬਿਆਂ ਦੀਆਂ ਸਰਕਾਰਾਂ ਕਰਜ਼ਾਈ ਨੇ, ਉਹਨਾਂ ਦਾ ਆਪਣੀ ਆਮਦਨ ਦੇ ਸਿਰ ਤੇ ਕੰਮ ਹੀ ਨਹੀਂ ਚੱਲਦਾ। ਉਹ ਬਾਰ-ਬਾਰ ਕੇਂਦਰ ਸਰਕਾਰ ਨੂੰ ਕਹਿੰਦੇ, ਮਨਪ੍ਰੀਤ ਸਿੰਘ ਬਾਦਲ ਨੇ ਹੁਣੇ ਕਿਹਾ ਸਾਨੂੰ ਕਰਜ਼ਾ ਲੈਣ ਨੂੰ ਨਾ ਕਹੋ, ਸਾਨੂੰ ਗਰਾਂਟਾਂ ਦਿਓ, ਉਹ ਕਹਿੰਦੇ ਕਰਜ਼ਾ ਲਓ। ਹੁਣ ਕੇਂਦਰ ਸਰਕਾਰ ਨੇ ਆਖਿਆ ਕਿ ਉਹ ਕਹਿੰਦੇ ਜੀ ਦੇਖੋ, ਤੁਹਾਨੂੰ ਥੋੜਾ ਜਿਹਾ ਕਰਜ਼ਾ 0.50% ਹੋਰ ਦੇ ਦੇਵਾਂਗੇ, 0.25% ਕਰਜ਼ਾ ਕੁੱਲ ਕਰਜ਼ੇ ਦਾ ਹੋਰ ਦੇ ਦੇਵਾਂਗੇ। ਤੁਸੀਂ ਸਿਰਫ ਇੱਕ ਕੰਮ ਕਰਨਾ ਹੈ, ਤੁਸੀਂ ਆਪੋ ਆਪਣੇ ਸੂਬੇ ਦੇ ਵਿੱਚ ਇੱਕ ਤਾਂ ਜਿੰਨੀਆਂ ਬਿਜਲੀ ਦੀਆਂ ਮੋਟਰਾਂ ਉਹਦੇ ਤੇ ਮੀਟਰ ਲਵਾਓ, ਉਹਦੇ ਤੋਂ ਇਲਾਵਾ ਕਿਸਾਨ ਨੂੰ ਕਹੋ ਕਿ ਬਿੱਲ ਦਿਓ, ਫਿਰ ਤੁਸੀਂ ਉਹਨਾਂ ਦੇ ਬੈਂਕ ਖਾਤੇ 'ਚ ਸਿੱਧੀ ਸਬਸਿਡੀ ਪਾਓ। ਤੇ ਸਾਡੀਆਂ ਸੂਬਾ ਸਰਕਾਰਾਂ ਦੇ ਕੋਲੇ ਕਿੰਨੇ ਪੈਸੇ ਹੁੰਦੇ ਆ ਜਿਹੜੀਆਂ ਵੇਲੇ ਸਿਰ ਤਨਖਾਹਾਂ ਨਹੀਂ ਦੇ ਪਾਉਂਦੀਆਂ? ਔਖਾ, ਸੰਭਵ ਹੀ ਨਹੀਂ ਹੋਣਾ। ਹੌਲੀ ਹੌਲੀ ਸਬਸਿਡੀ ਘਟਾਤੀ ਜਾਊਗੀ ਤਾਂ ਕਿਸਾਨ ਦਾ ਗਲਾ ਘੁੱਟਿਆ ਜਾਣਾ। ਹੁਣ ਉਹਦੇ ਨਾਲ ਹੋਣਾ ਕੀ ਹੈ? ਪੰਜਾਬ ਸਰਕਾਰ ਮੈਨੂੰ ਲੱਗਦਾ ਇਲੈਕਸ਼ਨ ਈਅਰ ਹੈ, ਨਹੀਂ ਮੰਨੂਗੀ। ਭਾਜਪਾ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਮੰਨ ਲੈਣਗੀਆਂ, ਭੜਕ ਨੂੰ ਇੱਕ ਅੱਧੀ ਹੋਰ ਮੰਨ ਲਓ। ਤੁਸੀਂ ਇਹ ਦੇਖੋ ਕਿ ਛੋਟਾ ਮਸਲਾ ਨਹੀਂ। ਜੇ ਅੱਜ ਪੰਜਾਬ ਦੀ ਸਰਕਾਰ ਗੱਲ ਮੰਨਦੀ ਹੈ, 32,000 ਕਰੋੜ ਦਾ ਕਰਜ਼ਾ ਮਿਲੂਗਾ, 32,000 ਕਰੋੜ ਦਾ ਪੰਜਾਬ ਸੂਬੇ ਨੂੰ। ਤੇ 32,000 ਕਰੋੜ ਦੇ ਨਾਲ ਤੁਸੀਂ ਦੇਖੋ ਕਿ ਇੱਕ ਹਲਕੇ ਦੇ ਵਿੱਚ ਗਰੰਟਾਂ ਦੇ ਕੇ ਇਲੈਕਸ਼ਨ ਜਿੱਤਣੀ ਕਿੰਨੀ ਸੌਖੀ ਹੈ, ਪਰ ਕਿਸਾਨਾਂ ਦਾ ਵਿਰੋਧ ਉਹ ਮੁੱਲ ਨਹੀਂ ਲੈਣਾ ਚਾਹਣਗੇ। ਹੁਣ ਜੇ ਉਹਦੇ ਵਿੱਚ ਸ਼ਰਤ ਇਹ ਹੈ ਕਿ 4 ਸਾਲ ਦੀ ਪਲਾਨ ਹੈ, ਤੁਸੀਂ ਉਹਦੇ ਵਿੱਚ ਮੀਟਰ ਵੀ ਲਾ ਦਿਓ, ਤੁਸੀਂ ਉਹਦੇ ਵਿੱਚ ਸਿੱਧੀ ਸਬਸਿਡੀ ਬੰਦ ਕਰ ਦਿਓ, ਤੇ ਸਾਡੇ ਕੋਲੋਂ ਕਰਜ਼ਾ ਵੱਧ ਲੈ ਲਓ। ਕਰਜ਼ਾ ਸੂਬੇ ਨੂੰ ਮੋੜਨਾ ਵੀ ਪੈਣਾ, ਇੱਕ ਵਾਰੀ ਪੈਸੇ ਮਿਲ ਜਾਣਗੇ। ਸੋ ਕੁੱਲ ਮਿਲਾ ਕੇ ਹੁਣ ਸੂਬਾ ਸਰਕਾਰਾਂ ਨੂੰ ਇੱਕ ਤਰ੍ਹਾਂ ਦਾ ਲਾਲਚ ਵੀ ਦਿੱਤਾ ਜਾ ਰਿਹਾ, ਦੂਜੇ ਪਾਸੇ ਆਪਸ਼ਨ ਵੀ ਦਿੱਤੀ ਜਾ ਰਹੀ ਹੈ, ਪਰ ਇਹਦਾ ਸਿੱਧੇ ਤੌਰ ਦੇ ਉੱਤੇ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋ ਸਕਦਾ ਹੈ ਜੇ ਕਿਸੇ ਵੀ ਸਰਕਾਰ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਮਤਲਬ ਕਿ ਭਾਵੇਂ ਕਿਸਾਨ ਦਿੱਲੀ 'ਚ ਬੈਠੇ ਹੈ, ਭਾਵੇਂ ਮੋਰਚਾ ਲਗਾਤਾਰ ਚੱਲਦਾ ਹੈ, ਭਾਵੇਂ ਉਹ ਇਲੈਕਸ਼ਨਾਂ ਦੇ ਵਿੱਚ ਜਾ ਕੇ ਵੀ ਮੌਜੂਦਾ ਕੇਂਦਰ ਸਰਕਾਰ ਦੇ ਵਿੱਚ ਸੱਤਾਧਾਰੀ ਧਿਰ ਦਾ ਵਿਰੋਧ ਕਰਨ ਲੱਗ ਪਏ, ਪਰ ਸਰਕਾਰ ਅਜੇ ਆਪਣੀ ਨੀਤੀ ਤੇ ਕਾਇਮ ਹੈ। ਇਹ ਸਰਕਾਰ ਨੀਤੀ ਤੇ ਕਾਇਮ ਰਵੇ, ਪਰ ਇਹ ਸਾਰੇ ਕੁਝ WhatsApp ਇੱਕ ਗੱਲ ਨੋਟ ਕਰਨ ਵਾਲੀ ਹੈ। ਹੁਣ ਬਾਕੀ ਸਟੇਟਾਂ ਨੂੰ ਚਲੋ ਆਪਾਂ ਛੱਡ ਦਿੰਦੇ, ਆਪਾਂ ਪੰਜਾਬ ਦੀ ਗੱਲ ਹੀ ਕਰ ਲਈਏ। ਮੋਟਾ ਕਹਿੰਦੇ ਜੀ ਵੀ 3 ਲੱਖ ਕਰੋੜ ਦੇ ਲਾਗੇ ਬੰਨੇ ਕਰਜ਼ਾ ਪੰਜਾਬ ਸਿਰ ਚੜ੍ਹ ਗਿਆ। ਹੁਣ ਜੇ ਕਿਸਾਨ ਅੰਦੋਲਨ ਨਾ ਚੱਲਦਾ ਹੁੰਦਾ ਤੇ ਆ ਗੱਲ ਤੁਹਾਡੀ ਠੀਕ ਹੈ, ਕੋਈ 32,000 ਕਰੋੜ ਵੀ ਇਹਨਾਂ ਨੇ ਐ ਜੇਬ 'ਚ ਪਾ ਕੇ ਨਿਕਲ ਜਾਣਾ ਹੈ। ਜਿੱਦਾਂ ਇਹਨੂੰ ਪਿਛਲੀ ਸਰਕਾਰ ਨੇ ਕੀਤਾ 31,000 ਕਰੋੜ ਵਾਲਾ ਸੀ ਨਾ, ਉਹ ਪਹਿਲਾਂ ਕਹਿੰਦੇ ਸੀ ਹਾਂਜੀ ਇਹ ਗ੍ਰਾਂਟ ਹੈ, ਫਿਰ ਕਹਿੰਦੇ ਨਹੀਂ ਇਹ ਕਰਜ਼ਾ, ਉਹ ਕਹਿੰਦੇ ਮੋੜੋ, ਇਹ ਤਾਂ ਨਹੀਂ ਮੁੜਨਾ। ਹੁਣ ਕਹਿੰਦਾ ਕਿਸ਼ਤਾਂ ਕਰ ਲਓ, ਹੈ ਨਾ, ਇਹ ਤੇ ਇੱਥੇ ਨਿਬੜੀ ਸੀ ਗੱਲ। ਹੁਣ ਸਵਾਲ ਇਹ ਆ ਵੀ ਯਾਰ ਇਹ ਜਿੱਧਰ ਨੂੰ ਤੁਰ ਪਿਆ ਕੰਮ, ਜੇ ਆਪਾਂ ਨੂੰ ਐਂ ਲੱਗਦਾ ਹੋਵੇ ਵੀ ਯਾਰ ਲੀਡਰ ਇਸ ਗੱਲ ਦੀ ਟੈਨਸ਼ਨ ਲੈਂਦੇ ਹੋਣਗੇ, ਕਿਉਂ ਲੈਂਦੇ ਹੋਣਗੇ? ਇੱਕ ਦੇਸੀ ਉਦਾਹਰਨ ਮੇਰੇ ਦਿਮਾਗ 'ਚ ਕਈ ਵਾਰ ਆਉਂਦੀ ਹੁੰਦੀ ਹੈ ਵੀ ਮੰਨ ਲਓ ਤੁਹਾਡਾ ਘਰ ਹੈ, ਤੁਹਾਡੀ ਜ਼ਮੀਨ ਹੈ, ਐਂਡ ਤੁਸੀਂ ਮੈਨੂੰ ਚਾਰਜ ਦੇਤਾ ਵੀ ਲੈ ਵੀ 5 ਸਾਲ ਘਰ ਵੀ ਤੇਰਾ, ਜ਼ਮੀਨ ਵੀ ਤੇਰੀ, ਤੂੰ ਚਲਾਉਣਾ ਕਿੱਦਾਂ ਚਲਾਉਣਾ। ਹੁਣ ਤੁਸੀਂ ਕਿਸੇ ਗੱਲ 'ਚ ਮੈਨੂੰ ਪੁੱਛੋ ਨਾ, ਮੈਂ ਕੋਈ ਕਿਸੇ ਦਾ ਦੇਣਦਾਰ ਨਹੀਂ, ਮੈਂ ਉੱਥੋਂ ਜਾਵਾਂ, ਪਹਿਲਾਂ ਤਾਂ ਮੈਂ ਬੈਂਕ ਕੋਲੋਂ ਰੱਖਾਂ ਵੀ ਲਿਮਟ ਬਣਾਓ ਭਾਈ ਸਾਹਿਬ 62 ਦੀ ਜ਼ਮੀਨ 'ਤੇ, ਹੈ ਨਾ, ਉਦੋਂ ਬਾਅਦ ਉੱਥੇ ਮੈਂ ਘੁੱਗੀ ਮਾਰ ਆਵਾਂ, ਪਰ ਨਾ ਬੋਲਦਾ ਹੋਵੇ ਭਾਈ ਸਾਹਿਬ ਇਹ 62 ਦੀ ਜ਼ਮੀਨ ਨਾਲ ਹੀ ਲੈਣਾ ਦੇਣਾ, ਘੁੱਗੀ ਭਾਵੇਂ ਮੈਂ ਮਾਰਤੀ, ਮੇਰਾ ਕੋਈ ਲੈਣਾ ਦੇਣਾ ਨਹੀਂ। ਕਰਜ਼ਾ ਮੈਂ ਲਿਆ, ਥੋੜ੍ਹੀ ਜਿਹੀ ਕਲੀ ਕੁਲੀ ਕਰਾ ਕੇ, ਥੋੜ੍ਹਾ ਜਿਹਾ ਇੱਧਰ ਉੱਧਰ ਕਰਕੇ, ਬਾਕੀ ਕਾਰ ਮੈਂ ਬਾਹਰ ਲੈ ਜਾਂ ਮੈਂ ਕੁਛ ਹੋਰ ਕਰ ਲਵਾਂ। ਫਿਰ ਮੁੜ ਕੇ ਮੈਂ ਅਗਲੀ ਵਾਰ ਆਖਾਂ ਵੀ ਆਹ ਜਿਹੜਾ ਆਪਣਾ ਮਤਲਬ ਹੱਲਾਂ ਹੁੱਲਾਂ ਵਾਲਾ ਟਰੈਕਟਰ ਵਾਲਾ ਕੰਮ ਆ, ਜਿਹੜਾ ਦੂਜਾ ਕੰਮ, ਇੱਥੇ ਵੀ ਕੁਛ ਨਾ ਕੁਛ ਲਿਆ ਜਾ ਸਕਦਾ।
ਜੇ ਨਹੀਂ ਗੱਲ ਬਣਦੀ ਤਾਂ ਆ ਮਗਰਲੀ ਬੈਠਕ ਜਿਹੜੀ ਇੱਧਰ ਨੂੰ ਲੱਗਦੀ, ਗੁਆਂਢੀ ਮੰਗਦੇ ਸੀ ਕਿਉਂ ਨਾ ਇਹਦਾ ਬੂਹਾ ਪਰਾਂ ਨੂੰ ਕੱਢ ਕੇ ਇੰਨਾ ਕੁ ਥਾਂ ਹੀ ਵੇਚ ਦਈਏ, ਹੈ ਨਾ। ਮਤਲਬ 4-5 ਸਾਲ ਤੁਹਾਨੂੰ ਪਤਾ ਹੋਵੇ ਵੀ ਸ਼ਾਇਦ ਮੈਨੂੰ ਦਿੱਤਾ, ਤੁਹਾਨੂੰ ਮੈਂ ਕਲੀ ਵਿਖਾਈ ਜਾਵਾਂ, ਉਹ ਤੇਰਾ ਭਲਾ ਯਾਰ 6 ਮਹੀਨੇ ਨਹੀਂ ਲੰਘਦੇ, ਕਦੇ ਇੱਧਰ ਟਾਈਲਾਂ, ਕਦੇ ਉੱਧਰ ਕਲੀ, ਹੈ ਨਾ। ਜਿਵੇਂ ਉੱਧਰ ਮੋਟਰ 'ਤੇ ਜਾਓ ਤਾਂ ਉੱਧਰ ਵੀ ਵੱਟਾਂ ਐ ਬਣੀਆਂ, ਪਰ ਅੰਦਰੋਂ ਨਾ ਪਤਾ ਹੋਵੇ ਵੀ ਕਿਹੜੀ ਜ਼ਮੀਨ ਬੈਂਕ ਕੋਲ ਆ, ਕਿਹੜੀ ਮੈਂ ਬੈਠਕ ਵੇਚਤੀ ਆ, ਕਿਹੜੀਆਂ ਟਿਲਰਾਂ ਦੇ ਕਿਹੜੇ ਟਰੈਕਟਰ ਦੇ ਉੱਪਰ ਮੈਂ ਕੀ ਕੁਛ ਕਰ ਲਿਆ। 5 ਸਾਲ ਜਦ ਬਾਅਦ ਮੈਂ ਨਿਕਲਾਂ, ਉਦੋਂ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਸਿਰ 'ਤੇ ਆ ਕੁਛ ਖੜਾ ਭਾਈ ਸਾਹਿਬ, ਵੀ ਤੁਸੀਂ ਚਾਹ ਕੇ ਵੀ ਮੇਰਾ ਕੁਛ ਨਾ ਵਿਗਾੜ ਸਕੋ। ਮੈਨੂੰ ਇਹ ਲੱਗਦਾ ਵੀ ਸ਼ਾਇਦ ਪੰਜਾਬ ਦੇ ਲੋਕਾਂ ਨਾਲ ਇਹ ਹੁੰਦਾ ਹਰ 5 ਸਾਲ ਦੇ ਵਿੱਚ, ਜੇ ਨਹੀਂ ਹੁੰਦਾ ਤਾਂ ਦੱਸੋ। ਨਹੀਂ, ਇਦਾਂ ਹੀ ਹੁੰਦਾ ਜੀ। ਤੇ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਜ਼ਿਆਦਾ ਤਬਦੀਲੀ ਦੀ ਲੋੜ ਨਹੀਂ। ਇੱਕ ਮੋਟੀ ਜਿਹੀ ਉਦਾਹਰਣ ਹੈ ਕਿ ਜਦੋਂ ਵੋਟਾਂ ਪਾਉਣੀਆਂ ਤੇ ਅਗਲੀਆਂ ਵੋਟਾਂ ਤੱਕ 5 ਸਾਲਾਂ ਦੇ ਵਿੱਚ ਅਸੀਂ ਪੰਜਾਬ ਸੂਬਾ ਸਿਆਸਤਦਾਨਾਂ ਨੂੰ ਪਤਾ ਕਿੱਦਾਂ ਦੇਣਾ ਹੈ, ਜਿੱਦਾਂ ਜ਼ਮੀਨ ਠੇਕੇ ਤੇ ਦੇਈਦੀ ਹੈ, ਇਦਾਂ ਹੀ ਨਹੀਂ ਦੇਣਾ। ਜਿੱਦਾਂ ਅਸੀਂ ਮੰਨ ਲਓ ਕਿ ਸਾਡੇ 2-4 ਦਰਖਤ ਨੇ, ਅਸੀਂ ਉਹ ਵੱਢਣ ਦਾ ਠੇਕਾ ਦੇਈਦਾ, ਭਾਈ 5000 ਦੇ ਵਿੱਚ ਦਰਖਤ ਤੇਰੇ, ਤੇ ਅਸੀਂ ਲਿਖਾਈ ਦਾ ਕੀ ਲਿਖਾਈ ਦਾ, ਜੇ ਜ਼ਮੀਨ ਠੇਕੇ ਦਿੱਤੀ ਹੈ, ਮੋਟਰ ਚੱਲਦੀ ਦਿੱਤੀ ਹੈ, ਮੋਟਰ ਚੱਲਦੀ ਲੈਣੀ ਹੈ, ਵੱਟਾਂ ਪਾ ਕੇ ਦਿੱਤੀਆਂ ਹਨ, ਵੱਟਾਂ ਪਈਆਂ ਲੈਣੀਆਂ, ਇੱਥੋਂ ਮਿੱਟੀ ਨਹੀਂ ਪੁੱਟੀ ਜਾ ਸਕਦੀ, ਇਸ ਮੋਟਰ ਤੋਂ ਤੁਸੀਂ ਆਂਢੀਆਂ ਗੁਆਂਢੀਆਂ ਨੂੰ ਪਾਣੀ ਮੁੱਲ ਨਹੀਂ ਵੇਚ ਸਕਦੇ, ਉੱਦਾਂ ਪਿੰਡ ਵਸਦੇ ਨੂੰ ਤੁਸੀਂ ਆਂਢ ਗੁਆਂਢ ਮਾੜਾ ਮੋਟਾ ਪਾਣੀ ਦੇ ਸਕਦੇ ਹੋ। ਇਹਦੇ ਵਿੱਚੋਂ ਜੇ ਆਹ ਕੰਮ ਹੋ ਜਾਊਗਾ ਤਾਂ ਖਰਚਾ ਅਸੀਂ ਦੇਵਾਂਗੇ, ਆਹ ਕੰਮ ਹੋ ਜਾਊਗਾ ਤਾਂ ਖਰਚਾ ਠੇਕੇਦਾਰ ਦੇਊਗਾ। ਕੱਲੀ ਕੱਲੀ ਚੀਜ਼ ਲਿਖਾਉਂਦੇ ਆ ਤੇ ਆਲੇ ਦੁਆਲੇ ਤੋਂ ਦਸਤਖਤ ਕਰਾਉਂਦੇ ਆ ਤੇ ਵੇਲੇ ਕਵੇਲੇ ਗੇੜਾ ਮਾਰਦੇ ਰਹਿੰਦੇ ਆ ਕਿ ਭਾਈ ਕੰਮ ਠੀਕ ਹੋ ਰਿਹਾ। ਦੂਸਰਾ, ਮੰਨ ਲਓ 5-7 ਦਰਖਤ ਨੇ, ਹਵੇਲੀ 'ਚ ਨੇ, ਨਿਆਈ 'ਚ ਨੇ, ਕਿਤੇ ਨਹੀਂ, ਅਸੀਂ ਜਦੋਂ ਉਹ ਵੇਚਦੇ ਆ ਤੇ ਠੇਕੇਦਾਰ ਦੇ ਨਾਲ ਲਿਖ ਲਿਖਾ ਕਰਦੇ ਆ ਕਿ ਭਾਈ ਤੂੰ ਕੱਲਾ ਕੱਲਾ ਦਰਖਤ ਵੱਢ ਕੇ ਲੈ ਕੇ ਜਾਏਗਾ, ਜੇ ਆਲੇ ਦੁਆਲੇ ਕਿਸੇ ਦੀ ਕੰਧ ਡਿੱਗ ਪਈ, ਆਲੇ ਦੁਆਲੇ ਕਿਸੇ ਦੀ ਫਸਲ ਦਾ ਨੁਕਸਾਨ ਹੋਇਆ ਤਾਂ ਉਹਦੀ ਭਰਪਾਈ ਤੂੰ ਕਰੇਗਾ। ਮੁੱਢ ਚੰਗੀ ਤਰ੍ਹਾਂ ਕੱਢ ਕੇ ਜਾਣੇ ਨੇ, ਇਹ ਨਹੀਂ ਕਿ ਮੁੱਢ ਉੱਪਰੋਂ ਵੱਢ ਕੇ ਲੈ ਜਾਵੇਂ ਤਾਂ ਮੁੱਢ ਕੱਢੇ ਹੀ ਨਾ। ਇਹ ਵੀ ਲਿਖਿਆ ਜਾਂਦਾ ਕਿ ਮੁੱਢ ਕੱਢਣ ਤੋਂ ਬਾਅਦ ਟੋਏ ਪੂਰ ਕੇ ਜਾਣੇ ਨੇ, ਖੇਤ ਪੱਧਰਾ ਕਰਕੇ ਬਰਾਬਰ ਕਰਕੇ ਜਾਣਾ। ਤੇ ਇਹ ਵੀ ਨਾਲ ਕਿਹਾ ਜਾਂਦਾ ਕਿ ਭਾਈ ਤੂੰ ਜਿਹੜਾ ਲੱਦੇਗਾ ਨਾ, ਇਸ ਤਰੀਕੇ ਨਹੀਂ ਲੱਦੇਗਾ ਕਿ ਆਲੇ ਦੁਆਲੇ ਵਾਲੇ ਲੋਕਾਂ ਨੂੰ ਨੁਕਸਾਨ ਹੋਵੇ, ਤੂੰ ਟ੍ਰੈਫਿਕ ਜਾਮ ਕਰਦਾ, ਵੇਲੇ ਕੁ ਵੇਲੇ ਉਸੇ ਹਿਸਾਬ ਦੇ ਨਾਲ ਲੱਦਣਾ, ਤੇਰੀ ਡਿਊਟੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਲਿਖ ਲਿਖਾ ਕਰਕੇ ਕਰਦੇ ਹਾਂ ਤੇ ਅਸੀਂ ਪੰਜਾਬ ਸੂਬਾ ਉਹਦੇ ਫੜਾ ਦਿੰਦੇ 5 ਸਾਲਾਂ ਦੇ ਲਈ। ਅਸੀਂ ਮੁੜ ਕੇ ਪੁੱਛਦੇ ਹੀ ਨਹੀਂ ਕਿ ਤੁਸੀਂ ਕਰਜ਼ਾ ਕਿੰਨਾ ਲਈ ਜਾਂਦੇ ਹੋ, ਤੁਸੀਂ ਸਕੂਲ 'ਚ ਮਾਸਟਰ ਰੱਖਿਆ ਕਿ ਨਹੀਂ ਰੱਖਿਆ, ਤੁਸੀਂ ਹਸਪਤਾਲ ਦੇ ਵਿੱਚ ਦਵਾਈਆਂ ਤੇ ਡਾਕਟਰ ਰੱਖੇ ਕਿ ਨਹੀਂ ਰੱਖੇ, ਤੁਸੀਂ ਬਾਕੀ ਕੰਮ ਕੀ ਕਰਦੇ ਹੋ, ਤੁਹਾਡੀ ਸਰਕਾਰੀ ਗੱਡੀ ਜਿਹੜੇ ਸਾਡੇ ਟੈਕਸ ਦੇ ਪੈਸੇ ਦੇ ਨਾਲ ਚੱਲਦੀ ਹੈ ਉਹਦੇ ਵਿੱਚ ਤੇਲ ਕਿੰਨਾ ਪਾਈ ਜਾਂਦੇ ਹੋ। ਕਿਤੇ ਨਾ ਕਿਤੇ ਪੰਜਾਬ ਦੇ ਲੋਕ ਇਸ ਗੱਲ ਦਾ ਖਿਆਲ ਰੱਖਣ। ਅਸੀਂ ਵਿਆਹ ਵੀ ਕਰਦੇ ਹਾਂ, ਮੈਰਿਜ ਪੈਲੇਸ ਬੁੱਕ ਕਰਦੇ ਹਾਂ ਨਾ, ਚੰਗੇ ਤਰੀਕੇ ਉੱਥੇ ਕਹਿੰਦੇ ਆ ਸਾਨੂੰ ਆ ਟਿੱਕੀ ਦੇ ਵੀ ਇੱਕ ਚਾਹੀਦਾ ਜੀ, ਉੱਥੇ ਲੱਗਾ ਆ ਸਟਾਲ, ਸਾਨੂੰ ਉੱਥੇ ਜਿਹੜੀ ਹੈ ਉਹ ਡੈਕੋਰੇਸ਼ਨ ਇਦਾਂ ਦੀ ਚਾਹੀਦੀ ਹੈ, ਸਾਨੂੰ ਉੱਥੇ ਸੇਵਾਦਾਰ ਬੰਦੇ ਜਿਹੜੇ ਇਦਾਂ ਦੇ ਚਾਹੀਦੇ, ਤੇ ਸਵੇਰੇ ਹੀ ਆ ਜਾਣ, ਉਹ ਸਵੇਰੇ ਇੱਕ ਵਾਰੀ ਪੂਰੀਆਂ ਛੋਲੇ ਛੱਕ ਕੇ ਮੁੜ ਕੇ ਠੋਕ ਕੇ ਸੇਵਾ ਕਰਨ। ਸਾਨੂੰ ਆਹ ਚੀਜ਼ ਇਦਾਂ ਦੀ ਚਾਹੀਦੀ ਹੈ, ਚੌਲ ਕੱਚੇ ਨਹੀਂ ਚਾਹੀਦੇ, ਕੋਲਡ ਡਰਿੰਕ ਠੰਡੇ ਚਾਹੀਦੇ, ਕੱਲੀ ਕੱਲੀ ਚੀਜ਼ ਹੁੰਦੀ ਹੈ ਨਾ। ਜੇ ਅਸੀਂ ਉਹਨਾਂ ਸਾਰੀਆਂ ਤੇ ਵਾਸ਼ਰੂਮ ਬਾਰ-ਬਾਰ ਤੁਸੀਂ ਸਾਫ਼ ਕਰਨੇ, ਇਹ ਨਹੀਂ ਕਿ ਸਵੇਰੇ ਇੱਕ ਵਾਰੀ ਸਾਫ਼ ਕਰਤੇ ਸ਼ਾਮ ਤੱਕ ਖਲਾਰਾ ਪੈ ਗਿਆ, ਇਦਾਂ ਨਹੀਂ। ਜਦੋਂ ਅਸੀਂ ਨਿੱਕੀ ਨਿੱਕੀ ਚੀਜ਼ ਦੇ ਉੱਤੇ ਇੰਨਾ ਧਿਆਨ ਰੱਖਣ ਵਾਲੇ ਆ ਤੇ ਅਸੀਂ ਇੰਨਾ ਵਧੀਆ ਰੰਗਲਾ ਪੰਜਾਬ ਸੂਬਾ 5 ਸਾਲਾਂ ਦੇ ਲਈ ਇਦਾਂ ਕਿਸੇ ਦੇ ਹੱਥ ਥੋੜੀ ਫੜਾ ਸਕਦੇ ਆ ਜਿੱਦਾਂ ਅੱਜ ਕੱਲ ਫੜਾ ਰਹੇ ਆ। ਮੁਸ਼ਕਿਲ ਆ WhatsApp, ਇਹ ਸੋਚ ਹੀ ਨਹੀਂ ਆਉਂਦੀ ਨਾ। ਦੇਖੋ ਇਹ ਤੇ ਬਹੁਤ ਵਧੀਆ ਪ੍ਰਬੰਧ ਹੈ ਯਾਰ, ਮੈਂ ਕਹਿੰਦਾ ਵੀ ਤੁਸੀਂ ਸਮਝਦੇ ਨਹੀਂ ਗੱਲ ਨੂੰ, ਵੀ ਲੀਡਰ ਬਣਨਾ ਤਾਂ ਨਿਆਰਦਰ ਕੰਮ ਹੈ। ਵੀ ਨੰਬਰਦਾਰੀ ਸਾਰੀ ਮੇਰੀ, ਬਣਾਵਾਂ ਜੋ ਮਰਜ਼ੀ ਮੈਂ, ਕਰਜ਼ਾ ਮੈਂ ਜੋ ਮਰਜ਼ੀ ਲੈ ਲਾਂ, ਵੇਚ ਮੈਂ ਜੋ ਮਰਜ਼ੀ ਦੇਵਾਂ, ਤੇ 5 ਸਾਲ ਬਾਅਦ ਮੈਂ ਪਰਨਾ ਮੋਢੇ ਤੇ ਰੱਖਾਂਗਾ, ਚੰਗਾ ਵੀ ਹੋਏ। ਜੇ ਮੈਨੂੰ ਜਿਤਾ ਦੋਗੇ ਤੇ 5 ਸਾਲ ਮੈਂ ਹੋਰ ਨਜ਼ਾਰੇ ਆਹੋ, ਨਹੀਂ ਤੇ ਫਿਰ ਅਗਲੇ ਕੋ ਕਰਾ ਲਿਓ। ਅਗਲਾ ਮੁੜ ਕੇ 6 ਮਹੀਨੇ ਨੂੰ ਸਮਝ ਨਹੀਂ ਲੱਗਦੀ ਵੀ ਕਿੱਦਾਂ ਕਰਨੀ, ਇੰਨੇ ਚਿਰ ਨੂੰ ਫਿਰ ਠੇਕੇਦਾਰ ਸਾਹਿਬ ਆਏ ਤੇ ਉਹ ਸਰ ਕਰਨੀ ਕਿੱਦਾਂ ਜੀ, ਇੱਧਰ ਲਿਆਓ ਤੁਸੀਂ ਪ੍ਰੋਗਰਾਮ, ਬਾਕੀ ਆਪਾਂ ਚਲਾਈ ਜਾਣਾ, ਤੁਹਾਡਾ ਕੰਮ ਨਜ਼ਾਰੇ ਲੈਣੇ। ਤੇ ਉਹ ਜੇ ਪੁੱਛਦਾ ਤੂੰ ਕਿੱਦਾਂ ਚਲਾਉਂਗਾ ਤਾਂ ਪਿਛਲੇ 5 ਸਾਲ ਵੀ ਚਲਾਈ ਤੁਹਾਨੂੰ ਕੀ। ਸੋ ਇਹ ਜਿੱਥੇ ਜੇ ਜਾ ਕੇ ਪੰਜਾਬ ਫਸਿਆ ਖੜਾ, ਇਹ ਜਦ ਤੱਕ ਆਪ ਨਹੀਂ ਕਰਦੇ ਲੋਕ, ਜੇ ਆਪਾਂ ਇਹ ਭਾਲੀਏ ਵੀ ਅਗਲਿਆਂ ਨੇ ਕਰ ਦੇਣਾ, ਉਹਨਾਂ ਕਿਉਂ ਕਰ ਦੇਣਾ ਭਾਈ ਸਾਹਿਬ। ਤੇ ਮੈਨੂੰ ਲੱਗਦਾ ਕਿ ਐਤਕੀ ਇੱਕ ਰਜਿਸਟਰ ਲੱਗੂਗਾ, ਜਿਹੜਾ ਵੀ ਲੀਡਰ, ਜਿਹੜਾ ਵੀ ਉਮੀਦਵਾਰ ਜਾਊਗਾ ਉਹ ਤੋਂ ਅੰਗੂਠਾ ਲਵਾਉਣਗੇ, ਉਹਦੇ ਸਾਹਮਣੇ ਸਾਰੇ ਆ ਮੁੱਦੇ ਰੱਖਣਗੇ ਕਿ ਭਾਈ ਪੰਜਾਬ ਹੈ, ਇਸ ਪੰਜਾਬ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ, ਭਾਵੇਂ ਵਿਰੋਧੀ ਹੋ ਭਾਵੇਂ ਸੱਤਾਧਾਰੀ ਹੋ, ਕਿ ਸਾਰਾ ਕੁਝ ਠੀਕ ਆ ਜੀ, ਸਿਹਤ ਸਹੂਲਤਾਂ ਚੰਗੀਆਂ ਜੀ, ਖੇਡਾਂ ਦੀਆਂ ਸਹੂਲਤਾਂ ਚੰਗੀਆਂ, ਸਿੱਖਿਆ ਦੀਆਂ ਚੰਗੀਆਂ, ਫਿਰ ਆ ਮਾਲਵੇ ਦੇ ਇੱਕ ਪਿੰਡ ਦੇ ਵਿੱਚ ਇੱਕ ਘਰ ਦੇ ਦਰਵਾਜ਼ੇ ਤੇ ਇਦਾਂ ਕਾਹਤੋਂ ਲਿਖਿਆ ਕਿ ਇੱਥੇ ਇੱਕ ਬੀਬੀ ਦੇ ਕੈਂਸਰ ਦਾ ਇਲਾਜ ਕਰਾਉਣਾ ਤੇ ਘਰ ਵਿਕਾਊ ਆ। ਜੇ ਇਦਾਂ ਲਿਖਣਾ ਪੈਂਦਾ ਇਹਦਾ ਮਤਲਬ ਕਮੀ ਹੈ, ਤੇ ਜੇ ਤੁਸੀਂ ਕਮੀ ਨਹੀਂ ਕਹਿੰਦੇ ਇਹਦਾ ਮਤਲਬ ਝੂਠ ਬੋਲਦੇ, ਇੱਥੇ ਲਿਖ ਕੇ ਦੇ ਕੇ ਜਾਓ। ਅੱਛਾ, ਲਿਖਣ ਦਾ ਰੌਲਾ ਇੱਕ ਇਹ ਵੀ ਪਿਆ, ਕਹਿੰਦੇ ਆ ਕਿ ਵੀ ਜੈਣੀ ਸਾਹਿਬ ਦੇ ਖਿਲਾਫ ਕਿਸਾਨਾਂ ਨੇ ਕੋਈ ਝੰਡਾ ਚੁੱਕਿਆ। ਹੁਣ ਪਤਾ ਨਹੀਂ ਉਹਦੇ 'ਚ ਕੀ ਗੇਮ ਹੈ ਕੀ ਨਹੀਂ ਗੇਮ, ਕਿਉਂਕਿ ਜੈਣੀ ਸਾਹਿਬ ਕੁਛ ਹੋਰ ਕਹਿੰਦੇ, ਉਹ ਕਹਿੰਦੇ ਜ਼ਮੀਨ ਸਾਂਢੂ ਦੀ ਆ, ਉਧਰੋਂ ਕਿਸਾਨ ਕਹਿੰਦੇ ਵੀ ਭਾਈ ਸਾਹਿਬ ਇਹ ਕਿਸੇ ਦੂਜੇ ਕਿਸਾਨ ਦੀ ਆ, ਉਹਦੇ 14 ਕਿੱਲਿਆਂ ਦੇ ਵਿੱਚ ਟਰੈਕਟਰ ਇਹ ਵਾਹੀ ਜਾਂਦੇ ਆ, ਉਹਨਾਂ ਨੇ ਏਕਰਾਂ ਦਾ ਟਰੈਕਟਰ ਮੋੜਤਾ, ਡਰਾਈਵਰ ਵੀ ਮੋੜਤਾ, ਕਹਿੰਦੇ ਵੀ ਕਬਜ਼ਾ ਆਪਾਂ ਹੋਣ ਨਹੀਂ ਦੇਣਾ।
ਇਹ ਜਿਹੜਾ ਰੌਲਾ ਪੈ ਗਿਆ ਹੁਣ, ਕਿਉਂਕਿ ਹੁਣ ਤੱਕ ਤਾਂ ਇਹੀ ਚੱਲਦਾ ਸੀ, ਕਿਉਂਕਿ ਜੈਣੀ ਸਾਹਿਬ ਨੇ ਇਮੇਜ ਇਹ ਬਣਾਈ ਸੀ ਵੀ ਮੈਂ ਵੀ ਕਿਸਾਨ, ਮੈਂ ਖੇਤੀ ਕਰਦਾ, ਮੈਨੂੰ ਦਰਦ ਹੈ ਭਾਈ ਸਾਹਿਬ। ਪਰ ਕਿਸਾਨ ਹੋਣਾ, ਦਰਦ ਹੋਣਾ, ਖੇਤੀ ਕਰਦੇ ਹੋਣਾ, ਉਹ ਸਾਰੇ ਕੁਛ ਦੇ ਵਿੱਚ ਇਦਾਂ ਦਾ ਹੀ ਫੋਟੋ ਕੋਈ ਨਜ਼ਰ ਆਵੇ ਜਿਹਦੇ ਵਿੱਚ ਕਿਸਾਨ ਝੰਡੇ ਲੈ ਕੇ ਤੇ ਉੱਥੇ ਵਿੱਚ ਹੁਣ ਪੈਲੀ ਦੇ ਤੇ ਆਖਣ ਉਹ ਕਬਜ਼ਾ ਕਰੀ ਜਾਂਦੇ, ਕਬਜ਼ਾ ਕਰੀ ਜਾਂਦੇ। ਦੇਖੋ ਕਾਗਜ਼ ਕੀ ਬੋਲਦੇ ਆ ਇਹ ਤਾਂ ਅਦਾਲਤ ਦੇ ਵਿੱਚ ਤੈਅ ਹੋਊਗਾ, ਪਰ ਅਜੇ ਦੋਨਾਂ ਧਿਰਾਂ ਨੇ ਆਪੋ ਆਪਣਾ ਪੱਖ ਰੱਖ ਦਿੱਤਾ। ਹੋਇਆ ਕਿ ਜਿਆਣੀ ਸਾਹਿਬ ਦਾ ਇੱਕ ਡਰਾਈਵਰ ਟਰੈਕਟਰ ਲੈ ਕੇ ਜ਼ਮੀਨ ਵਾਹੁਣ ਆਇਆ ਤੇ ਵਾਹੁੰਦੇ ਪਹਿਲਾਂ ਵੀ ਉਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਆਜ਼ਮ ਵਾਲਾ ਪਿੰਡ ਹੈ, ਫਾਜ਼ਿਲਕਾ ਦੇ ਨੇੜੇ ਪੈਂਦਾ। ਹੁਣ ਜਿਆਣੀ ਸਾਹਿਬ ਦਾ ਡਰਾਈਵਰ ਜਦੋਂ ਟਰੈਕਟਰ ਦੇ ਉੱਤੇ ਖੇਤ ਵਾਹੁਣ ਆਉਂਦਾ ਤੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਇੱਕ ਵਿਅਕਤੀ ਨੂੰ, ਇੱਕ ਪਰਿਵਾਰ ਨੂੰ ਨਾਲ ਲੈ ਕੇ ਜਾ ਕੇ ਰੋਕਦੇ, ਇੱਥੇ ਨਹੀਂ ਵੜਨਾ ਵੀ ਇਹ ਜ਼ਮੀਨ ਇਹਦੀ ਹੈ। ਉਹਨੂੰ ਬੰਦੇ ਨੂੰ ਪੁੱਛਿਆ, ਉਹ ਕਹਿੰਦੇ ਜੀ 1975 ਤੋਂ ਲੈ ਕੇ ਇਹ ਜ਼ਮੀਨ ਸਾਡੀ ਰਹੀ ਹੈ, 1975 ਤੋਂ ਲੈ ਕੇ। ਜਿਆਣੀ ਸਾਹਿਬ ਕਹਿੰਦੇ ਮੰਤਰੀ ਬਣੇ, ਇਹਨਾਂ ਨੇ ਜਾਲੀ ਕਾਗਜ਼ ਪੱਤਰ ਨੂੰ ਦੋਸ਼ ਲਾਇਆ ਉਹਨੇ, ਅਸੀਂ ਨਹੀਂ ਕਹਿੰਦੇ ਕਿ ਇਹਨਾਂ ਨੇ ਜਾਲੀ ਕਾਗਜ਼ ਪੱਤਰ ਤਿਆਰ ਕਰਾ ਕੇ ਤੇ ਜ਼ਮੀਨ ਆਪਣੇ ਬੰਦਿਆਂ ਦੇ ਨਾਂ ਕਰਾ ਲਈ ਤੇ ਹੁਣ ਮੈਨੂੰ ਮੇਰੀ ਮਾਲਕੀ ਹੋਣ ਦੇ ਬਾਵਜੂਦ, ਉਹ ਵੀ ਕਹਿੰਦੇ ਕਿ ਮਾਲਕੀ ਮੇਰੀ ਆ, ਕਾਗਜ਼ ਪੱਤਰ ਵੀ ਅਸਲੀ ਮੇਰੇ ਨਾਂ ਬੋਲਦੇ ਆ, ਮੈਨੂੰ ਆਪਣੇ ਖੇਤ ਦੇ ਵਿੱਚ ਹੀ ਵੜਨ ਦਾ ਹੁਕਮ ਨਹੀਂ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨਾਲ ਨੇ, ਜਿਆਣੀ ਸਾਹਿਬ ਦਾ ਟਰੈਕਟਰ ਮੋੜਤਾ ਤੇ ਆਹ ਦੋਸ਼ ਲਾਤਾ ਕਿ ਕਾਗਜ਼ ਪੱਤਰ ਇੱਧਰ ਉੱਧਰ ਤਿਆਰ ਕਰਕੇ ਮੈਨੂੰ ਮੇਰੀ ਜ਼ਮੀਨ 'ਚੋਂ ਬੇਦਖਲ ਕਰ ਦਿੱਤਾ। ਤੇ ਕਿੱਲੇ ਬਹੁਤ ਨੇ, ਜੇ ਦੇਖਿਆ ਜਾਵੇ ਆਮ ਪੰਜਾਬ 'ਚ ਕਿਸਾਨ ਦੀ ਉਨੀ ਜ਼ਮੀਨ ਨਹੀਂ ਹੁੰਦੀ। ਹੁਣ ਦੂਜੇ ਪਾਸੇ ਜਿਆਣੀ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਧੱਕਾ ਕਰਦੇ ਕਿਸਾਨ ਜਥੇਬੰਦੀਆਂ ਵਾਲੇ, ਇਹਨਾਂ ਨੂੰ ਐ ਲੱਗਦਾ ਕਿ ਅਸੀਂ ਕਿਸੇ ਦੀਆਂ ਵੀ ਜ਼ਮੀਨਾਂ ਦੱਬਣੀਆਂ, ਮੇਰੇ ਸਾਂਢੂ ਦੀ ਹੈ। ਕਹਿੰਦੇ ਇੰਨੇ ਸਾਲ ਹੋ ਗਏ ਸਾਨੂੰ ਵਾਹੁੰਦਿਆਂ ਨੂੰ, ਇਹਨਾਂ ਨੂੰ ਹੁਣ ਚੇਤਾ ਆਇਆ। ਜੇ ਲੱਗਦਾ ਸੀ ਇਹਨਾਂ ਨੂੰ ਕਿਸੇ ਨੇ ਧੱਕਾ ਕੀਤਾ ਤੇ ਅੱਜ ਤੱਕ ਇਹਨਾਂ ਨੇ ਕੋਰਟ ਦੇ ਵਿੱਚ ਕੇਸ ਕਾਹਤੋਂ ਨਾ ਕੀਤਾ, ਅੱਜ ਤੱਕ ਇਹਨਾਂ ਨੇ ਪੁਲਿਸ ਦੇ ਕੋਲੇ ਕੰਪਲੇਂਟ ਕਿਉਂ ਨਹੀਂ ਕੀਤੀ। ਜਿਆਣੀ ਸਾਹਿਬ ਤੇ ਲੱਗੇ ਦੋਸ਼ ਬਹੁਤ ਵੱਡੇ ਨੇ, ਛੋਟੇ ਨਹੀਂ ਹੈ। ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕੀ ਹੁਣ ਕਾਨੂੰਨੀ ਰਾਹ ਵੀ ਪੈਂਦੀਆਂ ਜਾਂ ਫਿਰ ਇਸੇ ਤਰੀਕੇ ਕੰਮ ਹੋਊਗਾ, ਮਸਲਾ ਉਲਝਦਾ ਜਾਂਦਾ। ਨਹੀਂ, ਮਸਲਾ ਵਾਕਿਆ ਉਲਝਦਾ ਜਾਂਦਾ। ਪਰ ਇਹ ਸਾਰੇ ਕੁਝ 'ਚ ਇੱਕ ਜਿਹੜਾ ਬਿਆਨ ਚੜੂਨੀ ਸਾਹਿਬ ਦਾ, ਥੋੜੀ ਜਿਹੀ ਗੱਲ ਕਰ ਲਈ ਉਹਦੀ, ਜਿਹੜੇ 'ਚੋਂ ਕਹਿੰਦੇ ਆ ਕਿ ਵੀ ਅਸੀਂ ਇੱਕ ਗਲਤੀ ਕਰ ਲਈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਲੀਡਰ ਸੀ ਉਹਨਾਂ ਨੂੰ ਪਿੱਛੇ ਰੱਖਿਆ। ਹੁਣ ਮੈਨੂੰ ਨਹੀਂ ਸਮਝ ਆਈ ਵੀ ਅੱਗੇ ਵੀ ਇੱਕ ਤਰ੍ਹਾਂ ਨਾਲ ਜਦੋਂ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਸੀ ਉਦੋਂ ਵੀ ਰੌਲਾ ਪਿਆ ਸੀਗਾ ਵੀ ਉਹ ਇਹ ਤਾਂ ਜੀ ਇਦਾਂ ਹੋ ਗਿਆ, ਕਿਉਂਕਿ ਨਾਲ ਹੀ ਅਗਲੇ ਨੇ ਗੱਲ ਚੱਕ ਲਈ ਵੀ ਆਹ ਦੇਖੋ ਜੀ, ਇਹ ਤਾਂ ਕਹੀ ਜਾਂਦੇ ਸੀ ਪੋਲੀਟੀਕਲ ਪਾਰਟੀਆਂ ਦੀ ਸਪੋਰਟ ਕਰਦੇ, ਸਾਰਾ ਕੁਝ ਪਿੱਛੇ ਬੈਕ ਤੇ ਉਹੀ ਨੇ। ਉਦੋਂ ਚੜੂਨੀ ਸਾਹਿਬ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਸੀ ਵੀ ਇਹੋ ਜਿਹੀ ਗੱਲ ਕੋਈ ਨਹੀਂ, ਮੈਂ ਤਾਂ ਜਸਟ ਗੱਲ ਕੀਤੀ ਸੀ, ਉਹ ਕਹਿੰਦੇ ਸੀ ਮਿਲਣਾ, ਆਪਾਂ ਮਿਲ ਲਿਆ। ਪਰ ਹੁਣ ਜੇ ਮੈਂ ਗਲਤ ਨਹੀਂ ਤੇ ਦੂਜੀ ਵਾਰ ਉਹਨਾਂ ਦਾ ਬਿਆਨ ਆਇਆ ਵੀ ਅਸੀਂ ਗਲਤੀ ਕਰ ਲਈ, ਵਿਰੋਧੀ ਪਾਰਟੀਆਂ ਦੇ ਲੀਡਰ ਚਾਹੀਦੇ ਸੀ ਨਾਲ। ਹੁਣ ਇਹ ਨਾ ਹੋਵੇ ਕਿ ਵੀ ਅੱਜ ਉਹਨਾਂ ਨੂੰ ਜਾਪਦਾ ਹੋਵੇ ਵੀ ਜੇ ਲੀਡਰ ਨਾਲ ਆਉਣਗੇ ਤੇ ਡੈਫੀਨੇਟਲੀ ਉਹਦਾ ਕਾਡਰ ਆਊਗਾ, ਥੋੜ੍ਹਾ ਜਿਹਾ ਹੋਰ ਪ੍ਰੈਸ਼ਰ ਪਊਗਾ। ਪਰ ਦੂਜੇ ਪਾਸੇ ਬੀਜੇਪੀ ਨੂੰ, ਕਿਉਂਕਿ ਆਡਾ ਕੇਂਦਰ ਦੇ ਨਾਲ ਤਾਂ ਬੀਜੇਪੀ ਦੀ ਸਰਕਾਰ ਆ, ਅਗਲੇ ਕਹਿਣ ਵੀ ਦੇਖਿਆ ਅਸੀਂ ਤਾਂ ਅੱਗੇ ਤੁਹਾਨੂੰ ਕਹੀ ਜਾਂਦੇ ਸੀ ਵੀ ਇਹ ਪੋਲੀਟੀਕਲੀ ਮੋਟੀਵੇਟਡ ਅੰਦੋਲਨ ਹੈ, ਕਿਸਾਨਾਂ ਦਾ ਹੈ ਨਹੀਂ। ਚੜੂਨੀ ਸਾਹਿਬ ਤੇ ਟਕੈਤ ਸਾਹਿਬ ਪੰਜਾਬ ਤੋਂ ਬਾਹਰਲੇ ਕਿਸਾਨ ਲੀਡਰ ਨੇ, ਪਰ ਦੋਨੇ ਬਹੁਤ ਅਗਰੈਸਿਵ ਨੇ। ਦੋਨਾਂ ਦੇ ਬਿਆਨ ਇਦਾਂ ਦੇ ਆਉਂਦੇ ਹੁੰਦੇ, ਇੱਕ ਵਾਰੀ ਤਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਆ ਤੇ ਦੋਨੇ ਅੱਗੇ ਹੋ ਕੇ ਹੱਲਾ ਬੋਲ ਵਾਲਾ ਕੰਮ ਵੀ ਕਰਦੇ ਆ। ਐਸੀ ਗੱਲ ਨਹੀਂ ਹੈ, ਜੋ ਚੜੂਨੀ ਸਾਹਿਬ ਹਰ ਜ਼ਿਲ੍ਹੇ ਦੇ ਵਿੱਚੋਂ ਕਾਫਲਾ ਲੈ ਕੇ ਜਾਂਦੇ ਆ। ਸ਼ਾਇਦ ਉਗਰਾਹਾਂ ਸਾਹਿਬ ਦੀ ਜਥੇਬੰਦੀ ਤੋਂ ਬਿਨਾਂ ਪੰਜਾਬ ਦੇ ਵਿੱਚ ਕਿਸੇ ਜਥੇਬੰਦੀ ਦੇ ਕੋਲੇ ਇੰਨਾ ਸਮਰੱਥ ਕਾਡਰ ਨਹੀਂ ਜਿੰਨਾ ਹਰਿਆਣੇ ਦੇ ਵਿੱਚ ਚੜੂਨੀ ਸਾਹਿਬ ਦੇ ਕੋਲ ਹੈ। ਇਹ ਗੱਲ ਮੰਨਣੀ ਪਊ। ਟਕੈਤ ਸਾਹਿਬ ਤਾਂ ਇੱਕ ਵਾਰੀ ਮੂੰਹੋਂ ਬੋਲ ਦੇਣ, ਸਾਧਨ ਭਾਵੇਂ ਯੂਪੀ ਵਾਲੇ ਕਿਸਾਨਾਂ ਦੇ ਕੋਲੇ ਘੱਟ ਹੁੰਦੇ, ਭਾਵੇਂ ਗੱਡੇ ਤੇ ਹੁਣ ਉਸ ਵੇਲੇ ਚੜ੍ਹੇ ਆਉਂਦੇ ਆ ਕਿ ਭਾਈ ਅਸੀਂ ਜਾਣਾ ਹੀ ਟਕੈਤ ਸਾਹਿਬ ਦੇ ਕੋਲੇ। ਸੰਧਾਲੀਆ ਸਾਹਿਬ, ਇਸ ਕਿਸਾਨ ਅੰਦੋਲਨ ਦੀ ਜਿਹੜੀ ਸਭ ਤੋਂ ਵੱਡੀ ਖੂਬਸੂਰਤੀ ਹੈ ਉਹ ਅਨੇਕਤਾ 'ਚ ਏਕਤਾ ਵਾਲੀ ਹੈ। ਅੱਜ ਤੱਕ ਕਦੇ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਸੀ ਹੋਈਆਂ। ਤੁਸੀਂ ਦੇਖੋ ਕਿ 200 ਦਿਨ ਮੁਕੰਮਲ ਹੋ ਗਏ ਦਿੱਲੀ ਬੈਠਿਆਂ ਨੂੰ, 200 ਦਿਨ। ਜਿੰਨੀ ਦੇਰ ਪੰਜਾਬ 'ਚ ਸੀਗੇ ਨਾ, ਇਕੱਠੇ ਨਹੀਂ ਸੀਗੇ। ਉਗਰਾਹਾਂ ਸਾਹਿਬ ਵੱਖਰੇ ਸੀਗੇ ਔਰ ਜਿਹੜੀ ਕਿਸਾਨ ਮਜ਼ਦੂਰ ਯੂਨੀਅਨ ਹੈ ਮਾਝੇ ਵਾਲੀ ਉਹ ਵੱਖਰੀ ਸੀਗੀ, ਬਾਕੀ ਜਥੇਬੰਦੀਆਂ ਵੱਖਰੀਆਂ ਸੀ। ਪਰ ਦਿੱਲੀ ਜਾ ਕੇ ਇੱਕ ਹੋ ਗਿਆ, ਤੁਹਾਨੂੰ 200 ਦਿਨ ਹੋ ਚੁੱਕੇ, 201 ਹੋ ਗਿਆ ਅੱਜ। ਤੇ ਜਦੋਂ 201 ਦਿਨ ਹੋ ਚੁੱਕੇ ਆ, ਇੱਕ ਵੀ ਧਿਰ ਪਾਟ ਕੇ ਇੱਧਰ ਉੱਧਰ ਨਹੀਂ ਗਈ। ਮਾੜੀ ਮੋਟੀ ਕੋ ਟੇਢ ਮੇਢ ਹੋਈ ਆ ਤਾਂ ਜਿਹੜਾ ਸਾਂਝਾ ਮੰਚ ਬਣਾਇਆ ਉੱਥੇ ਜਾ ਕੇ ਫੈਸਲਾ ਕਰਦੇ ਆ, ਕਿਸੇ ਨੂੰ ਸਸਪੈਂਡ ਵੀ ਕਰਦੇ ਆ, ਗਲਤੀ ਮੰਨਣ ਤੇ ਦੁਬਾਰਾ ਵੀ ਲੈਂਦੇ ਆ। ਚੜੂਨੀ ਸਾਹਿਬ ਕਿਉਂਕਿ ਇਲੈਕਸ਼ਨ ਲੜਦੇ ਰਹੇ ਆ, ਪਹਿਲਾਂ ਸਿਆਸਤ ਦੇ ਨਾਲ ਸੰਬੰਧ ਰੱਖਦੇ ਰਹੇ ਆ, ਚੰਗੇ ਲੀਡਰ ਨੇ। ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਹੈਗਾ, ਇਸ ਕਰਕੇ ਨਹੀਂ ਹੈਗਾ ਕਿ ਉਹ ਚਾਹੁੰਦੇ ਆ ਕਿ ਇਹਨਾਂ ਸਿਆਸੀ ਪਾਰਟੀਆਂ ਦੇ ਵਰਕਰ ਸਾਡੇ ਨਾਲ ਆ ਕੇ ਬੈਠਣ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਭਾਈ ਜੇ ਅਸੀਂ ਦਿੱਲੀ ਦੇ ਬਾਹਰ ਬੈਠੇ ਜ਼ੋਰ ਲਾਉਂਦੇ ਆ ਤਾਂ ਜਿਹੜੇ ਬੰਦੇ ਪਾਰਲੀਮੈਂਟ ਦੇ ਵਿੱਚ ਬੈਠੇ ਆ, ਜਿੱਥੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਨੇ ਆ ਜਾਂ ਬਣਦੇ ਹੋਏ ਕਾਨੂੰਨਾਂ ਦੀ ਵਿਰੋਧਤਾ ਕੀਤੀ ਜਾਣੀ ਆ ਜਾਂ ਉਹਦੇ ਵਿੱਚ ਸੋਧ ਕਰਾਉਣੀ ਹੈ ਕਿ ਭਾਈ ਜੇ ਉਧਰਲੇ ਪਾਸੇ ਵੀ ਜ਼ੋਰ ਲੱਗੇ ਤਾਂ ਸਾਡਾ ਕੰਮ ਛੇਤੀ ਹੋ ਜਾਏ, ਸਾਡਾ ਕੰਮ ਥੋੜ੍ਹਾ ਜਿਹਾ ਆਸਾਨ ਹੋ ਜਾਏ। ਇਹ ਚੜੂਨੀ ਸਾਹਿਬ ਚਾਹੁੰਦੇ ਆ, ਠੀਕ ਹੈ, ਉਹ ਕਹਿ ਦਿੰਦੇ ਆ, ਪਰ ਨਾਲ ਹੀ ਉਹ ਵੀ ਕਹਿ ਦਿੰਦੇ ਹੁੰਦੇ ਆ ਇਹ ਮੇਰੇ ਆਪਣੇ ਵਿਚਾਰ ਨੇ, ਮੈਨੂੰ ਲੱਗਦਾ ਕਿ ਇਦਾਂ ਹੋਣਾ ਚਾਹੀਦਾ, ਅਸੀਂ ਥੋੜ੍ਹਾ ਜਿਹਾ ਨੇੜੇ ਹੋ ਜਾਣਾ ਸੀ। ਪਰ ਜਿਹੜਾ ਵੀ ਫੈਸਲਾ ਕਰੂਗਾ ਸੰਯੁਕਤ ਕਿਸਾਨ ਮੋਰਚਾ ਕਰੂਗਾ। ਉਹ ਇੱਕ ਦੋ ਵਾਰੀ ਗੁੱਸੇ ਵੀ ਹੋਏ ਆ, ਉਹ ਕਹਿੰਦੇ ਹੁੰਦੇ ਯਾਰ ਮੈਂ ਤਾਂ ਕਹੀ ਹੁਣ ਦੱਸੋ ਮੈਂ ਕਰਾਂ, ਮੇਰੀ ਨਹੀਂ ਸੁਣਦੇ, ਮੈਂ ਉੱਥੇ ਆ ਕਹਿ ਕੇ ਆਇਆ ਪਰ ਫੈਸਲਾ ਸਾਡਾ ਹੋਇਆ ਸੀ, ਹੁਣ ਮੰਨਣਾ ਹੀ ਪਊਗਾ, ਦੱਸੋ ਮੈਂ ਕੀ ਕਰਾਂ। ਐਤਕੀ ਵੀ ਉਹਨਾਂ ਨੇ, ਕਿਉਂਕਿ ਉਹ ਚੰਡੀਗੜ੍ਹ ਦੇ ਨੇੜੇ ਆਏ ਸੀ,
ਦਿੱਲੀ ਨਹੀਂ ਸੀਗੇ। ਹੁਣ ਸੰਧਾਲੀਆ ਸਾਹਿਬ ਉਹਨਾਂ ਨੇ ਆਪਣੇ ਵਿਚਾਰ ਦੇ ਦਿੱਤੇ ਆ, ਜੇ ਉਹ ਲਿਖ ਕੇ ਦੇਣਗੇ ਏਜੰਡੇ ਦੇ ਵਿੱਚ ਲੈ ਆਉਂਦੇ ਆ ਸੰਯੁਕਤ ਕਿਸਾਨ ਮੋਰਚੇ ਵਾਲੇ SKM ਵਾਲੇ, ਉਹਦੇ ਤੋਂ ਬਾਅਦ ਫਿਰ ਉਹਦੇ ਤੇ ਵਿਚਾਰ ਹੋਊਗੀ। ਵੈਸੇ ਮੈਂ ਦੱਸ ਦਿਆਂ ਕਿ ਦਿੱਲੀ ਵਾਲੇ ਬਾਰਡਰ ਦੇ ਨੇੜੇ ਬਹੁਤ ਮੀਂਹ ਆਇਆ, ਝੱਖੜ ਆਏ, ਤੰਬੂ ਉੜੇ, ਤਰਪਾਲਾਂ ਉੜੀਆਂ, ਤੇ ਅੱਜ ਕੱਲ੍ਹ ਦਾ ਮੌਸਮ ਇਦਾਂ ਦਾ ਕਿ ਇਸ ਵੇਲੇ ਮੀਂਹ ਪੈਂਦਾ ਤੇ ਦੂਸਰੇ ਦਿਨ ਸਵੇਰੇ ਠੋਕ ਕੇ ਗਰਮੀ ਹੋ ਜਾਂਦੀ ਹੈ। ਤੇ ਕਿਸਾਨਾਂ ਦੀ ਜੇ ਜਜੀਵਸ਼ਾ ਦੇਖਣੀ ਹੋਵੇ, ਇਸ ਵੇਲੇ ਉਹਨਾਂ ਦਾ ਜੀਵਟ ਵੇਖਣਾ ਹੋਵੇ, ਉਹ ਕਿਸ ਤਰੀਕੇ ਦ੍ਰਿੜ ਸੰਕਲਪ ਨੇ। ਤਰਪਾਲਾਂ ਪਾਟੀਆਂ ਹੁੰਦੀਆਂ, ਤੰਬੂ ਉੜੇ ਹੁੰਦੇ ਆ, ਬਾਲਣ ਗਿੱਲਾ ਹੁੰਦਾ, ਤੇ ਦੂਜੇ ਦਿਨ ਸਵੇਰੇ 11 ਵਜੇ ਛਬੀਲ ਲੱਗੀ ਹੁੰਦੀ ਹੈ ਕਿ ਭਾਈ ਕੋਈ ਗੱਲ ਨਹੀਂ, ਆਉਂਦੇ ਜਾਂਦੇ ਰਾਹਗੀਰ, ਗਰਮੀ ਬੜੀ ਹੈ ਭਾਈ, ਪਾਣੀ ਪਿਲਾਓ। ਬਿਲਕੁਲ ਸਹੀ। ਉਹ ਇਹ ਇਸ ਵਕਤ ਚੱਲੀ ਜਾਂਦਾ ਕੰਮ। ਅਸੀਂ ਤਾਂ ਤੁਹਾਨੂੰ ਵਿੱਚ ਇਹ ਸਾਰਾ ਕੁਝ ਦੱਸਦੇ ਰਹਿੰਦੇ ਆ ਵੀ ਕਿਸੇ ਵੇਲੇ ਇਹ ਭੁੱਲ ਜਾਂਦਾ ਬੰਦਾ ਵੀ ਯਾਰ ਪਤਾ ਨਹੀਂ ਕਿਸਾਨ ਅੰਦੋਲਨ ਅਜੇ ਸਹਿਕਦਾ ਕਿ ਨਹੀਂ ਸਹਿਕਦਾ। ਮਤਲਬ ਸਹਿਕਦਾ ਛੱਡ ਕੇ ਹੁਣ ਤਾਂ ਫਿਰ ਚੜ੍ਹਦੀ ਕਲਾ 'ਚ, ਪੂਰੀ ਚੜ੍ਹਦੀ ਕਲਾ ਝੋਨੇ ਦੇ ਸੀਜ਼ਨ ਦੇ ਬਾਵਜੂਦ। ਹਾਂ। ਅੱਛਾ, ਇੱਕ ਚੀਜ਼ ਬਾਠ ਸਾਹਿਬ, ਉਹ ਰਾਮ ਵਿਲਾਸ ਪਾਸਵਾਨ ਹੋਰਾਂ ਦੀ ਪਾਰਟੀ ਸੀ ਨਾ, ਇਲੈਕਸ਼ਨਾਂ ਬਿਹਾਰ ਵਾਲੀਆਂ ਤੋਂ ਥੋੜ੍ਹੀ ਦੇਰ ਪਹਿਲਾਂ ਉਹ ਅਚਾਨਕ ਅਕਾਲ ਚਲਾਣਾ ਕਰ ਗਏ। ਚਿਰਾਗ ਪਾਸਵਾਨ ਸਾਹਿਬ ਦੇ ਕੋਲ ਕੁੰਜੀਆਂ ਆ ਗਈਆਂ, ਕਿਉਂਕਿ ਬਾਪੂ ਤੋਂ ਬਾਅਦ ਫਿਰ ਮੁੰਡੇ ਕੋਲੇ ਆਉਣਾ ਸੀ ਕੰਮ। ਪਰ ਹੁਣ ਸੁਣ 'ਚ ਆਇਆ ਵੀ ਭਾਈ ਸਾਹਿਬ ਉਹਨਾਂ ਨੂੰ ਜਮਾ ਐ ਜਿੱਦਾਂ ਮੱਖਣ 'ਚੋਂ ਵਾਲ ਕੱਢੀ ਦਾ ਇੱਦਾਂ ਕੱਢ ਕੇ ਲਾਂਭੇ ਕਰਤਾ, ਤੇ ਪ੍ਰਧਾਨ ਕੋ ਪਸ਼ੂਪਤੀ ਕੁਮਾਰ ਹੋਣੀ ਬਣ ਗਏ ਆ। ਸੰਧਾਲੀਆ ਸਾਹਿਬ ਦੇਖੋ, ਪਹਿਲੀ ਗੱਲ ਕਿ ਉੱਥੇ ਲਾਲੂ ਪ੍ਰਸਾਦ ਯਾਦਵ ਜੇਲ੍ਹ 'ਚੋਂ ਬਾਹਰ ਆਏ ਹੋ ਆ, ਤੇ ਉੱਥੇ ਮੰਨਿਆ ਜਾਂਦਾ ਕਿ ਬੜੀ ਛੇਤੀ ਹੋ ਸਕਦਾ ਕਿ ਸਰਕਾਰ ਦੇ ਵਿੱਚ 2 ਦੂਣੀ 7.5 ਹੋ ਜਾਵੇ, ਜਿਹੜੀ ਭਾਜਪਾ ਤੇ ਜਨਤਾ ਦਲ ਯੂਨਾਈਟਿਡ ਜਾਨੀ ਨਿਤਿਸ਼ ਕੁਮਾਰ ਦੇ ਨਾਲ ਸਾਂਝੀ ਸਰਕਾਰ ਹੈ। ਇਸੇ ਕਰਕੇ ਉਹ ਆਪਣਾ ਘਰ ਸਾਂਭਦੇ ਫਿਰਦੇ ਆ। ਇਹ ਜਿਹੜਾ ਰਾਮ ਵਿਲਾਸ ਪਾਸਵਾਨ ਦਾ ਮੁੰਡਾ ਚਿਰਾਗ ਪਾਸਵਾਨ ਹੈ, ਪਹਿਲਾਂ ਇਹਦਾ ਬਾਪੂ ਚਲੋ ਲੀਡਰ ਸੀ, ਕੇਂਦਰ ਦੇ ਵਿੱਚ ਮੰਤਰੀ ਰਿਹਾ, ਜਿਹਦੇ ਨਾਲ ਮਰਜ਼ੀ ਰਲ ਰੁਲ ਜਾਂਦਾ ਹੁੰਦਾ, ਲੋਕ ਜਨਸ਼ਕਤੀ ਪਾਰਟੀ ਵਾਲਾ ਮੁੰਡਾ। ਪਹਿਲਾਂ ਫਿਲਮਾਂ 'ਚ ਗਿਆ ਚਿਰਾਗ ਪਾਸਵਾਨ, 1-2 ਫਿਲਮਾਂ 'ਚ ਕੰਮ ਕੀਤਾ, ਸੂਤ ਨਹੀਂ ਆਇਆ, ਬਿਹਾਰ ਨੂੰ ਮੁੜਿਆ, MP ਬਣ ਗਿਆ ਆ ਕੇ। ਜਦੋਂ ਬਾਪੂ ਦੀ ਡੈਥ ਹੋ ਗਈ, ਮੌਤ ਹੋ ਗਈ, ਉਹਦੇ ਤੋਂ ਬਾਅਦ ਇਹਨੇ ਇਲੈਕਸ਼ਨ ਲੜੀ, ਤੇ ਇਲੈਕਸ਼ਨ ਲੜੀ ਵੱਖ ਹੋ ਕੇ, ਤੇ ਨਾਲ ਪਤਾ ਕੀ ਕਹਿੰਦਾ ਸੀ, ਮੈਂ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਹਨੂਮਾਨ ਆ। ਬਾਰ-ਬਾਰ ਉਹਦਾ ਬਿਆਨ ਸੀ ਕਿ ਅਸੀਂ ਨਿਤਿਸ਼ ਕੁਮਾਰ ਦੀਆਂ ਗੋਡਣੀਆਂ ਲਵਾਉਣੀਆਂ, ਭਾਜਪਾ ਨੂੰ ਜਿਤਾਉਣਾ, ਮੇਰੇ ਜਿੰਨੇ ਬੰਦੇ ਜਿੱਤਣਗੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਣਗੇ। ਬੰਦਾ ਕੋਈ ਨਾ ਜਿੱਤਿਆ। ਉਹਦੇ ਤੋਂ ਬਾਅਦ ਲਗਾਤਾਰ ਰੌਲਾ ਪਈ ਜਾਂਦਾ ਸੀ ਕਿ ਹੋਊਗਾ ਕਿ ਪਸ਼ੂਪਤੀ ਪਾਰਸ ਇਹਦਾ ਚਾਚਾ ਹੀ ਆ, ਰਾਮ ਵਿਲਾਸ ਪਾਸਵਾਨ ਦਾ ਭਰਾ ਹੀ ਹੈ। ਕੁੱਲ 6 MP ਨੇ, ਇਹ ਇੱਕ ਪਾਸੇ ਰਹਿ ਗਿਆ, ਉਹ 5 ਇੱਕ ਪਾਸੇ ਹੋ ਗਿਆ। ਉਹਨਾਂ ਨੇ ਪਾਰਟੀ ਦੇ ਪ੍ਰਧਾਨ ਤੋਂ ਵੀ ਲਾਤਾ, ਉਹਨਾਂ ਨੇ MP ਜਿਹੜਾ ਇਹਨਾਂ ਦਾ ਸੰਸਦੀ ਦਲ ਹੈ ਉਹਦੇ ਲੀਡਰ ਤੋਂ ਵੀ ਲਾਤਾ ਕਿ ਚੱਲ ਭਾਈ ਤੂੰ ਸਧਾਰਨ ਬੰਦਾ ਹੈ, ਵਰਕਰ ਹੈ, ਇੱਕ MP ਹੈ, ਅਸੀਂ 5 ਇੱਕ ਪਾਸੇ ਆ, ਤੇ ਚਾਚਾ ਪਸ਼ੂਪਤੀ ਪਾਰਸ ਜਿਹੜਾ ਉਹਨੂੰ ਪ੍ਰਧਾਨ ਬਣਾਤਾ। ਜਿੰਨਾ ਇਹ ਨਿਤਿਸ਼ ਕੁਮਾਰ ਦੇ ਖਿਲਾਫ ਹੈ, ਉਨਾ ਹੀ ਉਹ ਨਿਤਿਸ਼ ਕੁਮਾਰ ਦੇ ਹੱਕ 'ਚ ਹੈ ਕਿ ਭਾਈ ਸਾਨੂੰ ਬਿਹਾਰ ਵਾਲੇ ਬੰਦਾ ਚਾਹੀਦਾ, ਅਸੀਂ ਉਹਦੇ ਨਾਲ, ਉਹਦੀ ਲਾਲੂ ਪ੍ਰਸਾਦ ਯਾਦਵ ਦੇ ਨਾਲ ਵੀ ਬਹੁਤੀ ਕੋਈ 57 ਨਹੀਂ ਹੈਗੀ। ਹੁਣ ਮੰਨਿਆ ਜਾ ਰਿਹਾ ਕਿ ਜਦੋਂ ਲੋਕ ਜਨ ਸ਼ਕਤੀ ਪਾਰਟੀ ਦੇ ਵਿੱਚ ਰੌਲਾ ਪੈ ਗਿਆ, ਜੇ ਕਿਤੇ ਇਧਰੋਂ ਉਧਰੋਂ 5-7 ਬੰਦੇ ਹੋ ਕੇ ਲਾਲੂ ਪ੍ਰਸਾਦ ਯਾਦਵ ਵਾਲੇ ਪਾਸੇ ਨੂੰ ਚਲੇ ਗਏ, ਤਾਂ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਤੇ ਭਾਜਪਾ ਦੀ ਸਰਕਾਰ ਭੜਕ ਨੂੰ ਕਿਸੇ ਹੋਰ ਦੀ ਤੇ ਕਿਸੇ ਹੋਰ ਦੀ ਸਰਕਾਰ ਵੀ ਹੋ ਸਕਦੀ ਹੈ। ਮੈਂ ਨਹੀਂ ਕਹਿੰਦਾ ਨਿਤਿਸ਼ ਕੁਮਾਰ ਨੇ ਕਿਸੇ ਹੋਰ ਪਾਸੇ ਚਲੇ ਜਾਣਾ। ਤੇ ਇਹ ਵੀ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਬੰਦੇ ਤੇ ਨਿਤਿਸ਼ ਕੁਮਾਰ ਦੇ ਬੰਦੇ ਕੁਝ ਰਲ ਮਿਲ ਕੇ ਇੱਕ ਸਾਂਝਾ ਜਿਹਾ ਫਰੰਟ ਬਣਾ ਕੇ ਉਹ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਨੂੰ ਬਾਹਰੋਂ ਸਪੋਰਟ ਵੀ ਕਰ ਦੇਣ। ਨਹੀਂ, ਜੇ ਉਹ ਕਰ ਦਿੰਦੇ ਆ ਤੇ ਫਿਰ BJP ਲਈ ਔਖਾ ਹੋ ਜਾਊਗਾ। ਪਰ ਫਿਲਹਾਲ BJP ਕਿਉਂਕਿ ਵੱਡੀ ਪਾਰਟੀ ਆ, ਪਰ ਇੰਨਾ ਜ਼ਰੂਰ ਹੈ ਵੀ ਨਿਤੀਸ਼ ਕੁਮਾਰ ਦੇ ਮਨ ਦੇ ਵਿੱਚ ਵੀ ਹੈਗਾ ਵੀ ਭਾਈ ਸਾਹਿਬ ਜੋ BJP ਨੇ ਮੇਰੇ ਨਾਲ ਕੀਤਾ, ਭਾਵੇਂ ਵਰਤਿਆ ਗਿਆ ਉਦੋਂ ਚਿਰਾਗ ਪਾਸਵਾਨ, ਹੁਣ ਭਾਈ ਸਾਹਿਬ ਜੇ ਉਹਨੂੰ ਬੰਦੇ ਨੂੰ ਉਦੋਂ ਸਮਝ ਨਹੀਂ ਆਈ, ਮੈਂ ਤਾਂ ਉਦੋਂ ਹੀ ਗੱਲ ਆਪਾਂ ਜ਼ਿਕਰ ਕਰਦੇ ਵੀ ਸੀ ਨਾ ਵੀ ਇਹ ਬੜੀ ਹੈਰਾਨਗੀ ਵਾਲਾ ਗੱਠਜੋੜ ਹੈ ਵੀ ਭਾਜਪਾ ਦੇ ਨਾਲ ਚਿਰਾਗ ਪਾਸਵਾਨ ਆ, ਭਾਜਪਾ ਦੇ ਨਾਲ ਆਪਣਾ ਨਿਤੀਸ਼ ਕੁਮਾਰ ਆ, ਪਰ ਉਹ ਕਹਿੰਦਾ ਮੈਂ ਨਿਤੀਸ਼ ਕੁਮਾਰ ਦੀ ਸਪੋਰਟ ਨਹੀਂ ਕਰਦਾ, ਮੈਂ ਭਾਜਪਾ ਦੀ ਕਰਦਾ। ਇਹ ਕਿੱਦਾਂ ਹੋ ਸਕਦਾ? ਮੈਂ ਤੇਰੇ ਨਾਲ ਤਾਂ ਹੈਗਾ, ਤੇਰੇ ਭਾਪੇ ਨਾਲ ਨਹੀਂ ਹੈਗਾ। ਆਹੋ, ਤੇ ਬਾਹਰੋਂ ਕਿ ਨਹੀਂ ਇਕੱਠੇ ਆ। ਮਤਲਬ ਉਹ ਚਲੋ ਜੋ ਕੁਝ ਉਹਨੇ ਉਦੋਂ ਕੀਤਾ ਉਹ ਅਖੀਰ ਵਿਚਾਰੇ ਨੂੰ ਭੁਗਤਣੀ ਪੈ ਗਈ, ਸਾਲ ਵੀ ਨਹੀਂ ਕੱਢਿਆ ਜੀ। ਸੰਧਾਲੀਆ ਸਾਹਿਬ, 2 ਚੀਜ਼ਾਂ ਨੇ ਨਾਲ ਨਾਲ ਲੱਗਦੇ ਆ, ਬੰਗਾਲ ਤਾਂ ਬਿਹਾਰ। ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਮੋਦੀ ਸਾਹਿਬ ਦਾ ਹਨੂਮਾਨ ਆ, ਇਹ ਉਹਦੇ ਬਿਆਨ ਨੇ ਵੀਡੀਓ ਦੇ ਉੱਤੇ ਔਨ ਰਿਕਾਰਡ ਕਿ ਮੈਂ ਮੋਦੀ ਸਾਹਿਬ ਦੇ ਨਾਲ ਆ, ਉਹ ਵੀ ਬੰਦਾ ਆਪਣੀ ਪਾਰਟੀ 'ਚ ਹੀ ਕੱਖੋਂ ਹੌਲਾ ਹੋ ਗਿਆ, ਪੱਲੇ ਹੀ ਕੱਖ ਨਹੀਂ ਰਿਹਾ। ਤੇ ਜਿਹੜਾ ਮੁਕਲ ਰਾਏ ਬੰਗਾਲ ਦੇ ਵਿੱਚ ਕਹਿੰਦਾ ਸੀ ਕਿ ਭਾਈ ਮੋਦੀ ਸਾਹਿਬ ਤੋਂ ਵੱਡਾ ਲੀਡਰ ਕੋਈ ਨਹੀਂ, ਮੈਂ ਭਾਰਤੀ ਜਨਤਾ ਪਾਰਟੀ ਦੇ ਨਾਲ ਆ, ਉਹ ਮਮਤਾ ਬੈਨਰਜੀ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਗੱਲ ਜਾਂਦੀ ਕਿੱਧਰ ਆ? ਜਾਂਦੀ ਇਹੋ ਹੀ ਆ ਵੀ ਭਾਈ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਵੀ ਕੁਝ ਪਤਾ ਨਹੀਂ ਵੀ ਕਦੋਂ ਕਿਹਨੂੰ ਸਰੋਪਾ ਪਿਆ, ਦੇਖੋ ਤੁਸੀਂ, ਤੇ ਕਦੋਂ ਆ ਕੇ ਵੀ ਠੀਕ ਆ ਸਾਡੇ ਕੋਲ ਉਦੋਂ ਗਲਤੀ ਹੋ ਗਈ ਸੀ, BJP ਦੇ ਨਾਲ ਸੀ, ਹੁਣ ਅਸੀਂ ਉਹਦੇ ਨਾਲ ਨਹੀਂ ਹੈਗੇ। ਮੈਂ ਤਾਂ ਕੋਰ ਕਮੇਟੀ 'ਚ ਬਹੁਤ ਸਾਰੀ ਮੰਗ ਰੱਖੀ ਪਰ ਗੱਲ ਨਹੀਂ ਬਣੀ। ਮਤਲਬ ਜਿੱਦਾਂ ਪਹਿਲਾਂ ਕੁਝ ਲੀਡਰ ਆਪਾਂ ਨੂੰ ਅਕਾਲੀ ਦਲ 'ਚੋਂ ਬਾਹਰ ਆਏ ਨਜ਼ਰ ਆਉਂਦੇ ਸੀ, ਇੱਦਾਂ ਹੁਣ ਕੁਝ ਲੀਡਰ ਆਪਾਂ ਨੂੰ BJP ਪੰਜਾਬ 'ਚੋਂ ਬਾਹਰ ਨਿਕਲੇ ਨਜ਼ਰ ਆ ਸਕਦੇ ਜੀ। ਪਰ ਇੱਕ ਚੀਜ਼ ਹੈ, BJP ਦੀ ਗੱਲ ਚੱਲੀ ਹੈ ਤੇ BJP ਵਾਲੇ ਨੇ ਉਹ ਕਹਿੰਦੇ ਵੀ ਸੇਵਾ ਹੀ ਸੰਗਠਨ ਹੈ। ਹੁਣ ਮੈਨੂੰ ਨਹੀਂ ਸਮਝ ਆਈ ਵੀ ਅਚਾਨਕ ਤੋਂ ਸੇਵਾ ਭਾਵਨਾ ਇੰਨੀ ਕਿਉਂ ਮਤਲਬ ਉੱਭਰ ਕੇ ਸਾਹਮਣੇ ਆ ਰਹੀ ਹੈ। ਹੁਣ ਜਾਂ ਤਾਂ ਇਦਾਂ ਹੋ ਗਿਆ ਵੀ ਉੱਪਰੋਂ ਕਿਤੇ ਇਸ਼ਾਰਾ ਹੋਇਆ ਹੋਊਗਾ ਭਾਈ ਸਾਹਿਬ ਵੀ ਕਰੋਨਾ ਵੇਲੇ ਬਹੁਤ ਵਿਗੜਿਆ ਕੰਮ, ਬਹੁਤ ਬਦਖੋਈਆਂ ਹੋਈਆਂ, ਜੇ ਸੰਭਾਲਣਾ ਤੇ ਇਦਾਂ ਸੰਭਾਲ ਲਓ ਵੀ ਹਰੇਕ ਨੂੰ ਆਖ ਵੀ ਨੇ ਤੇ ਤੁਹਾਡੇ ਬੱਚੇ ਹੀ ਆ ਜੀ, ਦੱਸੋ ਕੀ ਕਰੀਏ। ਦੇਖੋ ਸੰਧਾਲੀਆ ਸਾਹਿਬ,
ਥਾਂ ਥਾਂ ਤੇ ਰੌਲਾ ਪਿਆ। ਕੇਂਦਰ ਸਰਕਾਰ ਦੀ ਵੈਕਸੀਨ ਦੇ ਮੁੱਦੇ ਦੇ ਉੱਤੇ ਥੋੜੀ ਜੀ ਭੰਡੀ ਹੋਈ। ਯੂਪੀ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਨੇ, ਉੱਥੇ ਗੰਗਾ ਦੇ ਵਿੱਚੋਂ ਮਿਲੀਆਂ ਲਾਸ਼ਾਂ ਨੇ ਹਾਲਾਤ ਕਿੱਦਾਂ ਦੇ ਕਰਤੇ ਸੀ। ਗੁਜਰਾਤ ਦੀ ਚਰਚਾ ਚੱਲਦੀ ਸੀ ਕਿ ਭਾਈ ਮੌਤਾਂ ਦੀ ਗਿਣਤੀ ਅਸਲ ਕੀ ਹੈ ਤੇ ਦੱਸੀ ਕੀ ਜਾ ਰਹੀ ਹੈ। ਥਾਂ ਥਾਂ ਦੇ ਉੱਤੇ ਚਰਚਾ। ਫਿਰ 4-5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ ਰਹਿੰਦਾ ਖੁੰਦਾ ਵੀ ਕੰਮ ਕਰਤਾ। ਹੁਣ ਭਾਰਤੀ ਜਨਤਾ ਪਾਰਟੀ ਡੈਮੇਜ ਕੰਟਰੋਲ ਤੇ ਆ ਗਈ। ਜੇਪੀ ਨੱਡਾ ਸਾਹਿਬ ਨੇ ਸੇਵਾ ਹੀ ਸੰਗਠਨ ਦਾ ਮੰਤਰ ਦਿੱਤਾ ਤੇ 4-5 ਕੰਮ ਕਹੇ ਕਿ ਭਾਜਪਾ ਦੇ ਵਰਕਰ ਸਾਰੇ ਦੇਸ਼ ਦੇ ਵਿੱਚ ਸਾਰੇ ਕੰਮ ਕਰ ਛੱਡ ਕੇ ਆ 5 ਕੰਮ ਕਰੋ। ਪਹਿਲਾ ਕਿ ਜਿੱਥੇ ਕਿਤੇ ਟੀਕਾਕਰਨ ਹੋ ਰਿਹਾ ਕਰੋਨਾ ਦਾ, ਵੱਧ ਤੋਂ ਵੱਧ ਮਦਦ ਕਰੋ। ਦੂਸਰਾ, ਨਹੀਂ ਮਦਦ ਕਰਨ ਨੂੰ ਮਤਲਬ ਉੱਥੇ ਮੋਢਾ ਫੜ ਕੇ ਰੱਖਣਗੇ, ਜਿਹੜੀ ਲੋਕਾਂ ਨੂੰ ਲੈ ਲੂ ਕੇ ਜਾਓ। ਲੋਕ ਤੇ ਰੋਂਦੇ ਫਿਰਦੇ ਆ, ਉਹ ਕਹਿੰਦੇ ਵੀ ਲਵਾ ਦਿਓ ਸਾਨੂੰ ਟੀਕਾ। ਨਹੀਂ, ਤੁਸੀਂ ਹੁਣ ਅੱਜ ਹੋਏ ਕਿਸੇ ਹੋਰ ਪਾਸੇ ਲੱਗਦੇ ਤੁਸੀਂ। ਅੱਛਾ, ਉਹਦੇ ਤੋਂ ਬਾਅਦ ਦੂਸਰੀ ਗੱਲ ਇਹ ਕਹੀ ਕਿ ਜਿਹੜਾ ਵੀ ਬੰਦਾ 45 ਸਾਲ ਤੋਂ ਉੱਪਰ ਹੈ, ਤੁਸੀਂ ਘਰ ਘਰ ਜਾ ਕੇ ਪਤਾ ਕਰਨਾ ਕਿ 45 ਸਾਲ ਤੋਂ ਉੱਪਰ ਵਾਲਾ ਕੋਈ ਬੰਦਾ ਟੀਕੇ ਤੋਂ ਰਹਿੰਦਾ ਤਾਂ ਨਹੀਂ। ਜੇ ਰਹਿੰਦਾ ਤਾਂ ਲਵਾਉਣ 'ਚ ਮਦਦ ਕਰੋ। ਤੀਸਰਾ, ਕੋਈ ਟੈਕਸੀ ਚਲਾਉਂਦਾ, ਕੋਈ ਰਿਕਸ਼ਾ ਚਲਾਉਂਦਾ, ਕੋਈ ਭਿਖਾਰੀ ਹੈ, ਕੋਈ ਬਹੁਤਾ ਕਮਜ਼ੋਰ ਹੈ, ਜਿੱਦ ਤੱਕ ਜਾਣਕਾਰੀ ਨਹੀਂ ਪਹੁੰਚਦੀ, ਜਾਣਕਾਰੀ ਪਹੁੰਚਾਓ। ਕਿਸੇ ਨੂੰ ਰਾਸ਼ਨ ਚਾਹੀਦਾ, ਕਿਸੇ ਨੂੰ ਬਣਿਆ ਭੋਜਨ ਚਾਹੀਦਾ, ਬਣਿਆ ਭੋਜਨ ਪਹੁੰਚਾਓ। ਕੋਈ ਬੰਦਾ ਬਜ਼ੁਰਗ ਹੈ, ਘਰੇ ਬਿਮਾਰ ਹੈ, ਢਿੱਲਾ ਹੈ, ਜਿੰਨੀ ਹੋ ਸਕਦੀ ਸੇਵਾ ਕਰੋ। ਨਾਲ ਦੀ ਨਾਲ ਬਲੱਡ ਡੋਨੇਸ਼ਨ, ਖੂਨਦਾਨ ਕੈਂਪ ਲਾਓ। ਜਾਣੀ ਕਿ ਹਰ ਉਹ ਕੰਮ ਜਿਹੜਾ ਕਿ ਲੋਕਾਂ ਦੇ ਨਾਲ ਸਿੱਧਾ ਸੰਬੰਧ ਰੱਖਦਾ ਹੈ, ਜਿਹਨੂੰ ਪਿਛਲੇ ਸਾਲ ਜਾਣੀ ਕਿ 2020 ਦੇ ਮਾਰਚ ਤੋਂ ਹੀ ਸਾਰੇ ਦੇਸ਼ ਦੇ ਸਧਾਰਨ ਲੋਕ ਕਰੀ ਜਾਂਦੇ ਆ। ਇਹ ਮਾਸਕ ਹੁਣ ਵੰਡਣ ਲੱਗਿਆ, ਬਲੱਡ ਡੋਨੇਸ਼ਨ ਕੈਂਪ ਹੁਣ ਲਾਉਣ ਲੱਗਿਆ, ਇਹ ਲੋਕਾਂ ਨੂੰ ਰਾਸ਼ਨ ਹੁਣ ਦੇਣ ਲੱਗਿਆ, ਇਹ ਲੋਕਾਂ ਨੂੰ ਪੱਕਿਆ ਭੋਜਨ ਹੁਣ ਦੇਣ ਲੱਗਿਆ, ਇਹ ਲੋਕਾਂ ਦੀ ਸੇਵਾ ਹੁਣ ਕਰਨ ਲੱਗਿਆ। NGOs, ਸਧਾਰਨ ਲੋਕ, ਪਿੰਡਾਂ ਦੇ ਲੋਕ, ਸ਼ਹਿਰਾਂ ਦੇ ਲੋਕ, ਉਹ ਤਾਂ ਉਦੋਂ ਦੇ ਆਂਡੀਆਂ ਗੁਆਂਢੀਆਂ ਨੂੰ ਸਾਂਭੀ ਜਾਂਦੇ ਆ। ਲੇਟ ਨਹੀਂ ਹੋ ਗਏ? ਨਹੀਂ ਲੇਟ ਛੱਡ ਕੇ ਮੈਂ ਇੱਕ ਬੇਨਤੀ ਹੁਣ ਕਰਾਂ ਵੀ ਜੇ ਹੁਣ ਵੀ ਇਹਨਾਂ ਨੇ ਇਹ ਕੰਮ ਕਰਨਾ ਜੀ, ਵੀ ਇਦਾਂ ਨਾ ਕਰਨ ਕਿਤੇ ਵੀ ਇੱਕ ਕੌਲੀ ਉੱਥੋਂ ਮਤਲਬ ਛੋਲਿਆਂ ਦੀ ਤੇ ਨਾਲ ਉੱਥੇ ਚੌਲਾਂ ਦੀ ਲੈ ਕੇ ਬਣਿਓ ਆ ਬਣੇ ਲਾ ਲਓ। ਅੱਛਾ, ਵੀ 10 ਜਣੇ ਇੱਕ ਨੂੰ ਫੜਾਉਂਦੇ ਤੇ ਐ ਫੋਟੋ ਖਿਚਾ ਕੇ ਆਖਣਾ ਵੀ ਜੇਪੀ ਨੱਡਾ ਸਾਹਿਬ ਨੂੰ ਭੇਜਣੀ ਆ। ਉਹ ਤਾਂ ਉਹਦੇ ਹੱਥ ਲਾਉਂਦੇ ਕਿ ਉਂਗਲੀ ਲਾ ਲਓ ਜੀ ਕੋਈ। ਆਹ ਕੀ ਕਰਦੇ ਸੀ ਸਰ? ਸੇਵਾ ਕਰਨੇ ਤੁਸੀਂ ਕਿਹਾ ਸੀ, ਮਤਲਬ ਉਦਾਂ ਦੀ ਨਾ ਕਰਨ, ਜੇ ਕਰਨੀ ਤੇ ਸੱਚੀ ਵਾਲੀ ਕਰ ਲੈਣ, ਫਿਰ ਲੋਕ ਮੰਨਦੇ ਹੁੰਦੇ ਆ। WhatsApp ਚੱਲੀਏ ਯਾਰ, ਟਾਈਮ ਹੋ ਗਿਆ। ਨਹੀਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਚੜ੍ਹਦੀ ਕਲਾ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।